ਕੀ ਵਜ੍ਹਾ ਹੈਗੀ ਆ? ਸਰਕਾਰ ਕਹਿੰਦੀ ਹੈ ਕਿ ਤੁਹਾਡੀਆਂ ਵਾਜਬ ਗੱਲਾਂ ਮੰਨੀਆਂ ਵੀ ਗਈਆਂ, ਭੱਤਿਆਂ 'ਚ ਵਾਧੇ ਦੀ ਗੱਲ ਕਰਦੇ ਆ, ਨਵੀਂ ਭਰਤੀ ਦੀ ਗੱਲ ਵੀ ਕਰਦੇ ਆ। ਇਹਦੇ ਬਾਵਜੂਦ ਕਿਉਂ ਫਿਰ ਇਸ ਮਾਮਲੇ 'ਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਤੇ ਸਰਕਾਰ ਨੂੰ ਐਸਾ ਵਰਗਾ ਹਥਿਆਰ ਆ ਜਿਹੜਾ ਉਹ ਇਸਤੇਮਾਲ ਕਰਨਾ ਪੈ ਰਿਹਾ? ਜੇ ਮੁੱਖ ਮੰਤਰੀ ਸਾਹਿਬ ਨੇ ਫਿਰ 710 ਬੱਚੇ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਨੇ, ਉਹਨਾਂ ਨੇ ਜੋ ਉਹਨਾਂ ਦਾ ਸਟੈਫਨ ਹੈ ਉਹ ਸਟੈਫਨ ਹੀ ਰੱਖਿਆ, 5000 ਤੋਂ ਵਧਾ ਕੇ 18000 ਕਰਤਾ। ਇੱਥੇ ਵੀ ਅਫਸਰਸ਼ਾਹੀ ਫਿਰ ਚਲਾਕੀ ਖੇਡ ਗਈ। ਅਸੀਂ ਚਾਹੁੰਦੇ ਸੀ ਜੋ ਸੀਐਮ ਸਾਹਿਬ ਨੇ 6 ਜੁਲਾਈ 2022 ਨੂੰ ਬੇਸਿਕ ਪੇ ਅਨਾਉਂਸ ਕੀਤੀ ਸੀ ਉਹ ਦੇਣੀ ਚਾਹੀਦੀ ਸੀ, ਪਰ ਉਹਨੂੰ ਅੱਜ ਫਿਰ ਸਟੈਫਨ ਅਨਾਉਂਸ ਕਰਾਤਾ। ਔਰ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਉਦੋਂ ਸਭ ਤੋਂ ਵੱਡੀ ਰੰਜਿਸ਼ ਜਿਹੜੀ ਇਹਨਾਂ ਨੇ ਪ੍ਰਧਾਨ ਜੀ ਨੇ ਦੱਸੀ ਸੀ ਉਹ ਸੀ ਕਿ ਇੱਕ ਤਾਂ ਕੰਮ ਦਾ ਲੋਡ ਬਹੁਤ ਹੈ ਜੀ, 1700 ਪਟਵਾਰੀ ਹੈ, 4700 ਸਰਕਲ ਹੈ ਤੇ ਸਾਡੇ ਤੇ ਕੰਮ ਦਾ ਲੋਡ ਬਹੁਤ ਜ਼ਿਆਦਾ ਹੈ। ਦੂਜਾ ਇਹਨਾਂ ਨੇ ਰੰਜਿਸ਼ ਆਪਣੀ ਇਹ ਦੱਸੀ ਸੀ, ਮਾਖਤਾ ਕੀਤਾ ਸੀ ਕਿ ਸਾਡੇ ਜਿਹੜੇ ਬੱਚੇ ਹੈ ਉਹਨਾਂ ਨੂੰ 163 ਰੁਪਏ ਰੋਜ਼ਾਨਾ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਨਰੇਗਾ ਦੀ ਉਹਦੇ ਤੋਂ ਵੀ ਘੱਟ ਹੈ। ਸੋ ਮੈਂ ਸਮਝਦਾ ਅੱਜ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੀਦਾ ਇਹਨਾਂ ਨੂੰ, ਮੁੱਖ ਮੰਤਰੀ ਜੀ ਦਾ, ਕਿ ਮੁੱਖ ਮੰਤਰੀ ਜੀ ਨੇ ਨਾ ਸਿਰਫ ਇੱਜ਼ਤ ਅਫਜ਼ਾਈ ਕੀਤੀ, ਇਹ ਕਿਹਾ ਕਿ ਚੀਫ ਸੈਕਟਰੀ ਅਨੁਰਾਗ ਵਰਮਾ ਤੋਂ ਲੈ ਕੇ ਪਟਵਾਰੀ ਸਾਹਿਬਾਨ ਤੱਕ ਮੇਰੇ ਸਾਰੇ ਹੀ ਟੀਮ ਦੇ ਮੈਂਬਰ ਹੈ, ਫੀਲਡ ਵਿੱਚ ਕੰਮ ਕਰਦੇ ਨੇ। ਸ਼ਾਇਦ ਮੈਨੂੰ ਉਨੀਆਂ ਗੱਲਾਂ ਦਾ ਨਹੀਂ ਪਤਾ, ਤੁਸੀਂ ਸਾਡੇ ਨਾਲ ਬੈਠੋ, ਗੱਲਬਾਤ ਕਰੋ, ਸਾਨੂੰ ਅਵਗਤ ਕਰਾਓ। ਫਿਰ ਉਹਨਾਂ ਨੇ 5000 ਤੋਂ 18000 ਕਰਤਾ, ਜਿਹੜਾ ਟ੍ਰੇਨੀ ਪੀਰੀਅਡ ਵਿੱਚ ਉਹਨਾਂ ਦਾ ਅੰਡਰ ਟ੍ਰੇਨੀ ਸਟਾਈਪੈਂਡ ਹੈ ਉਹ 5000 ਤੋਂ ਵਧਾ ਕੇ 18000 ਕਰਤਾ। ਫਿਰ ਤੀਜਾ ਜਿਹੜਾ ਇਹਨਾਂ ਦੀ ਨਾਰਾਜ਼ਗੀ ਸੀ ਕਿ ਸਾਡੇ ਬਹੁਤ ਘੱਟ ਸਾਡੇ ਕੋਲੇ ਮੈਨ ਪਾਵਰ ਹੈ ਜੀ, ਉਹਨਾਂ ਨੇ ਨਾ ਸਿਰਫ ਜਿਹੜੇ ਅੰਡਰ ਟ੍ਰੇਨੀ 1090 ਸੀ ਪਟਵਾਰੀ ਸਾਡੇ, ਨਾ ਸਿਰਫ ਉਹਨਾਂ ਨੂੰ ਫੀਲਡ 'ਚ ਭੇਜਣ ਦਾ ਫੈਸਲਾ ਲਿਆ, ਬਲਕਿ ਉਹਨਾਂ ਨੇ 710 ਜਿਹੜੇ ਪਟਵਾਰੀਆਂ ਨੇ ਟੈਸਟ ਕਲੀਅਰ ਕੀਤਾ ਸੀ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇਤੇ। ਕਿਸਾਨ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਪਟਵਾਰੀ ਇਸ ਸਮੇਂ ਸੰਵੇਦਨਸ਼ੀਲ ਸਮੇਂ ਉਹਦੇ ਤੇ ਹੜਤਾਲ ਤੇ ਨਾ ਜਾਣ, ਲੇਕਿਨ ਇੱਕ ਵੀ ਕਿਸਾਨ ਜਥੇਬੰਦੀ ਨੇ ਇੱਕ ਜਥੇਬੰਦੀ ਨੇ ਵੀ ਇਹ ਨਹੀਂ ਕੀਤਾ ਕਿ ਪਟਵਾਰੀਆਂ ਨੂੰ ਨਸੀਹਤ ਦਿੱਤੀ ਹੋਵੇ ਕਿ ਅੱਜ ਸਾਨੂੰ ਲੋੜ ਹੈ, ਕਿਸਾਨ ਵਰਗ ਨੂੰ ਕਿਰਪਾ ਕਰਕੇ ਤੁਸੀਂ ਕੰਮ ਤੇ ਰਹੋ ਜੀ। ਲੇਕਿਨ ਮੈਂ ਬੇਨਤੀ ਫੇਰ ਕਰਦਾ ਦੁਬਾਰਾ ਤੋਂ ਕਿ ਮਿਲ ਜੁਲ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਆਪਾਂ ਕਰਨੀ ਹੈ ਤੇ ਪਟਵਾਰੀਆਂ ਦੀਆਂ ਬਹੁਤੀਆਂ ਮੰਗਾਂ ਹੱਲ ਹੋ ਚੁੱਕੀਆਂ ਨੇ। ਕਿਰਪਾ ਕਰਕੇ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਤੁਹਾਨੂੰ ਉਕਸਾਉਂਦੇ ਨੇ, ਸਾਨੂੰ ਸਾਰਾ ਪਤਾ ਹੈ, ਜਿਹੜੇ ਤੁਹਾਨੂੰ ਭਟਕਾਉਂਦੇ ਨੇ ਉਹ ਤੁਹਾਡੇ ਹਮਦਰਦ ਨਹੀਂ ਹੈਗੇ, ਜਿਹੜੇ ਇਹ ਲੜਾਈ ਬਣਾਉਣਾ ਚਾਹੁੰਦੇ ਨੇ ਪਟਵਾਰੀ ਵਰਸਸ ਮੁੱਖ ਮੰਤਰੀ, ਇਹਦੇ ਵਿੱਚੋਂ ਕਾਮਯਾਬ ਨਹੀਂ ਹੋਣਗੇ। ਮੈਂ ਸਮਝਦਾ ਇਹ 4700 ਸਰਕਲ ਨੇ, ਪਰ ਸਰਕਲ ਦਾ ਮੈਨੂੰ ਲੱਗਦਾ ਉਹ ਸਰਕਲ ਦਾ ਹੋਰ ਜ਼ਿਆਦਾ ਵੱਧ ਜਾਣਗੇ ਕਿ ਇੰਨੇ ਜ਼ਿਲ੍ਹੇ ਵੱਧ ਗਏ, ਆਬਾਦੀ ਵੱਧ ਗਈ ਤੇ ਉਹ ਸਰਕਲ ਵੀ ਵਧਣਗੇ। ਪਰ ਗੱਲ ਇਹ ਵੀ ਮੁੱਦਾ ਕੀ ਹੈ ਜਿੱਤੇ ਗੱਲ ਹੋ ਰਹੀ ਹੈ, ਜਿਹੜੀ ਸਟ੍ਰਾਈਕ ਹੋਈ ਹੈ ਉਹ ਇਸ ਮੁੱਦੇ ਤੇ ਤਾਂ ਹੋਈ ਨਹੀਂ, ਐਸਮਾ ਇਸ ਮੁੱਦੇ ਤੇ ਲੱਗਿਆ ਨਹੀਂ। ਸਟ੍ਰਾਈਕ ਜਿਹੜੀ ਗੱਲ ਤੇ ਉਹਦੇ ਤੋਂ ਗੱਲ ਨਾ ਇਹਨਾਂ ਨੇ ਕੀਤੀ ਨਾ ਉਹਨਾਂ ਨੇ ਕੀਤੀ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਤਾਂ ਜਿਹੜਾ ਪਟਵਾਰੀਆਂ ਦੀ ਗਿਣਤੀ ਦਾ ਸਰਕਲ ਤੇ ਚੱਕਰ ਹੈ ਇਹ ਤਾਂ ਬੜਾ ਪੁਰਾਣਾ ਚੱਲ ਰਿਹਾ। ਉਦੋਂ ਨਾ ਤਾਂ ਐਸਮਾ ਦੀ ਲੋੜ ਸੀ ਉਹਦੇ ਲਈ। ਜਿਹੜੀ ਗੱਲ ਅਸਲੀਅਤ ਹੈ ਉਹ ਗੱਲ ਇੱਥੇ ਕੋਈ ਨਹੀਂ ਕਰ ਰਿਹਾ ਵੀ ਪਟਵਾਰੀਆਂ ਨੂੰ ਅਰੈਸਟ ਕੀਤਾ ਗਿਆ, ਉਹਦੇ ਅਗੇਂਸਟ ਪਟਵਾਰੀਆਂ ਨੇ ਹੜਤਾਲ ਦੀ ਕਾਲ ਦਿੱਤੀ, ਉਹ ਗੱਲ ਤਾਂ ਕੀਤੀ ਨਹੀਂ। ਮੈਂ ਤਾਂ ਇਹ ਸਮਝਣਾ ਚਾਹੁੰਦਾ ਵੀ ਪਟਵਾਰੀਆਂ ਨੇ ਹੜਤਾਲ ਕਿਸ ਕਾਰਨ ਕੀਤੀ, ਕਿ ਇਹ ਪਟਵਾਰੀਆਂ ਦੀ ਗਿਣਤੀ ਕਾਰਨ ਕੀਤੀ, ਕਿ ਜਿਹੜੇ ਪਟਵਾਰੀ ਨੂੰ ਅਰੈਸਟ ਕਰਕੇ ਉਹ ਕਿਹਾ ਗਿਆ ਕਿ ਇਹਨੇ 55 ਏਕੜ ਜ਼ਮੀਨ ਬਣਾਈ ਹੈ, ਉਹਦੇ ਕਾਰਨ ਹੋਈ। ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਦੇਖੋ ਇਹ ਤਾਂ ਬੜੀ ਦੁੱਖ ਦੀ ਗੱਲ ਹੈ ਜੇ ਪਟਵਾਰੀ ਸਾਹਿਬਾਨ ਇਸ ਗੱਲ ਕਰਕੇ ਸਟ੍ਰਾਈਕ ਤੇ ਗਏ ਹੈ ਕਿ ਉਹਨਾਂ ਦੇ 2 ਸਾਥੀਆਂ ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚ ਕਾਰਵਾਈ ਹੋਈ ਹੈ, ਫਿਰ ਇਹਦਾ ਮਤਲਬ ਤਾਂ ਇਹ ਲਾਇਸੈਂਸ ਮੰਗ ਰਹੇ ਆ ਭ੍ਰਿਸ਼ਟਾਚਾਰ ਕਰਨ ਦਾ, ਜਦ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕਾਰਵਾਈ ਭ੍ਰਿਸ਼ਟਾਚਾਰ ਦੇ ਖਿਲਾਫ ਕਰਦੇ ਹਾਂ ਔਰ ਕਰਦੇ ਰਹਿਣਾ, ਇਹਦੇ ਤੇ ਤਾਂ ਕੋਈ ਕੰਪਰੋਮਾਈਜ਼ ਹੋ ਨਹੀਂ ਸਕਦਾ। ਸੋ ਮੈਂ ਤਾਂ ਇਹ ਕਹੂੰਗਾ ਕਿ ਮੈਂ ਤਾਂ ਧੰਨਵਾਦ ਕਰਨਾ ਸੀ ਪਟਵਾਰ ਯੂਨੀਅਨ ਦਾ, ਜਿਹੜਾ ਪਟਵਾਰ ਯੂਨੀਅਨ ਨੇ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਤੋਂ ਤੌਬਾ ਕਰਦੇ ਹਾਂ, ਅਸੀਂ ਅੱਗੇ ਬੰਦੇ ਨਹੀਂ ਰੱਖਾਂਗੇ। ਬਾਬੀ ਜੀ ਪੋਸਟਾਂ ਤਲਵਾਰ ਪਿੱਛੇ ਕਰੋ ਤੁਸੀਂ, ਜਿਹੜੀ ਪਹਿਲੀ
ਦੇਖੋ ਕਲਮ ਛੋੜ ਤੋਂ ਸਾਰੀ ਗੱਲ ਵਿਗੜੀ ਹੈ। ਇਦੋਂ ਪਹਿਲਾਂ ਕੋਈ ਗੱਲ ਦੇ ਵਿੱਚ ਤਲਖੀ ਨਹੀਂ ਸੀ, ਲੇਕਿਨ ਜਿਹੜੀ ਕਲਮ ਛੋੜ ਸੰਵੇਦਨਸ਼ੀਲ ਸਮੇਂ ਤੇ ਤੁਸੀਂ ਵਰਤਿਆ ਉਹਦੇ ਨਾਲ ਸਾਰੀ ਗੱਲ ਖਰਾਬ ਹੋਈ ਹੈ। ਕਿਰਪਾ ਕਰਕੇ ਮੈਂ ਕਹਿੰਦਾ ਤੁਸੀਂ ਇਹ ਤਲਵਾਰ ਚੱਕ ਦਿਓ ਸਰਕਾਰ ਦੇ ਸਿਰ ਤੋਂ। ਤੇ ਮੁੱਖ ਮੰਤਰੀ ਜੀ ਨੇ ਤਾਂ ਖੁਦ ਕਿਹਾ ਵੀ ਤੁਸੀਂ ਆ ਕੇ ਬੈਠੋ, ਸਾਡੇ ਨਾਲ ਗੱਲਬਾਤ ਕਰੋ, ਅਸੀਂ ਤੁਹਾਡੇ ਤੋਂ ਸਿੱਖਣਾ ਚਾਹੁੰਦੇ ਹਾਂ। 7 ਜ਼ਿਲ੍ਹਿਆਂ 'ਚ ਫਲੱਡ ਆਇਆ ਜੀ, 7 ਜ਼ਿਲ੍ਹਿਆਂ 'ਚ। ਜੇ ਉੱਥੇ ਪਟਵਾਰੀ ਨਹੀਂ ਹੈਗਾ ਤਾਂ ਵੀ ਪਟਵਾਰੀ ਕੰਮ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ। ਕੋਈ ਪੈਨ ਡਾਊਨ ਨਹੀਂ ਕੀਤੀ। ਜਿਹੜੇ ਪਟਵਾਰੀ ਭਰਤੀ ਨਹੀਂ ਕੀਤਾ ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਅੱਜ ਐਲਾਨ ਕਰੇ ਵੀ ਜਿੰਨੀਆਂ ਪੋਸਟਾਂ ਖਾਲੀ ਨੇ ਸਾਰੀਆਂ ਭਰਤੀ ਕਰਾਂਗੇ, ਪਰ ਇੱਥੇ ਚੱਲ ਕੀ ਰਿਹਾ ਬੱਬੀ ਜੀ? ਅੱਜ ਜਿਹੜਾ ਐਲਾਨ ਕਰਾਇਆ ਸੀਐਮ ਸਾਹਿਬ ਤੋਂ 586 ਪੋਸਟਾਂ ਦਾ ਕਰਾਤਾ, ਉਸ 3000 ਖਾਲੀ ਆ। ਮੋਹਨ ਸਿੰਘ ਜੀ, ਤੁਹਾਨੂੰ ਕੰਮ ਦੀ ਜਾਂਚ ਹੈ ਨਾ, ਜਿਹੜਾ ਨਵਾਂ ਬੰਦਾ ਉਹਨੂੰ ਨਹੀਂ ਕਲਮ ਫੜਾ ਸਕਦੇ, ਉਹਨੂੰ ਬਿਨਾਂ ਟ੍ਰੇਨਿੰਗ ਦਿਓ, ਟ੍ਰੇਨਿੰਗ ਤੋਂ ਬਿਨਾਂ ਅਸੀਂ ਰਿਟਾਇਰ ਬੰਦੇ ਟ੍ਰੇਨਿੰਗ ਦੇਵਾਂਗੇ। ਹੁਣ ਵੀ ਰਿਟਾਇਰਾਂ ਨਹੀਂ ਦਿੱਤੀ ਆ। ਜਿਹੜੇ 710 ਅੱਜ ਜਿਨ੍ਹਾਂ ਨੂੰ ਚਿੱਠੀਆਂ ਦਿੱਤੀਆਂ ਇਹਨਾਂ ਨੂੰ ਟ੍ਰੇਨਿੰਗ ਹੀ ਹੁਣ ਦੇਵਾਂਗੇ। ਜਿਹੜਿਆਂ ਦੀ ਟ੍ਰੇਨਿੰਗ ਪੂਰੀ ਹੋ ਗਈ ਉਹਨਾਂ ਨੂੰ ਫੀਲਡ 'ਚ ਭੇਜ ਦਾਂਗੇ। ਹੁਣ ਜਿਹੜੇ 586 ਰੱਖਾਂਗੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਟ੍ਰੇਨਿੰਗ ਤੇ ਭੇਜਾਂਗੇ। ਟ੍ਰੇਨਿੰਗ ਤੋਂ ਬਿਨਾਂ ਕਿੱਦਾਂ ਅਸੀਂ ਫੀਲਡ 'ਚ ਭੇਜ ਸਕਦੇ ਹਾਂ? ਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਜਿਹੜਾ ਮੁੱਦਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਹਾਂ, ਜਿਹੜੇ ਦਰਸ਼ਕ ਦੁਨੀਆ ਭਰ 'ਚ ਬੈਠੇ ਦੇਖ ਰਹੇ ਹੈ, ਸੁਣ ਰਹੇ ਹੈ, ਸ਼ਾਇਦ ਮੇਰੇ ਨਾਲੋਂ ਜ਼ਿਆਦਾ ਅਨੁਭਵੀ ਹੈ। ਇਸ ਮੁੱਦੇ ਨੂੰ ਜ਼ਿਆਦਾ ਇੱਕ ਲਾਈਨ ਕਹਿ ਕੇ ਮੈਂ ਜ਼ਰੂਰ ਤੁਹਾਡੀ ਜਾਣ ਪਹਿਚਾਣ ਮੁੱਦੇ ਨਾਲ ਕਰਾਵਾਂਗਾ। ਬੜੀ ਪੁਰਾਣੀ ਲਾਈਨ ਹੈ, ਅਕਸਰ ਪਿੰਡਾਂ 'ਚ ਕਸਬਿਆਂ 'ਚ ਬੋਲਿਆ ਜਾਂਦਾ ਹੈ, ਤੂੰ ਕਾਹਦਾ ਪਟਵਾਰੀ। ਅਗਲੀ ਗੱਲ ਜਿਹੜੀ ਹੈਗੀ ਹੈ ਉਹ ਅੰਬੀਆਂ ਦੀ ਹੈ, ਪਰ ਹੁਣ ਜਦੋਂ ਕਿਹਾ ਜਾਂਦਾ ਹੈ ਕਿ ਤੂੰ ਕਾਹਦਾ ਪਟਵਾਰੀ, ਤੇਰੇ ਤੇ ਐਸਵਾਂ ਲੱਗਣ ਨੂੰ ਫਿਰਦਾ ਹੈ। ਦੋ ਤਰ੍ਹਾਂ ਦੀ ਤਸਵੀਰ ਹੈ। ਸਰਕਾਰ ਇੱਕ ਪਾਸੇ ਨਵੀਆਂ ਨਿਯੁਕਤੀਆਂ ਵੀ ਦੇ ਰਹੀ ਹੈ, ਭੱਤੇ 'ਚ ਵਾਧਾ ਵੀ ਕਰ ਰਹੀ ਹੈ, ਔਰ ਇਹ ਕਹਿ ਰਹੀ ਹੈ ਕਿ ਜਿੱਦਾਂ ਦੀਆਂ ਸੂਬੇ ਦੀਆਂ ਪਰਿਸਥਿਤੀਆਂ ਹੈ ਉਹਦੇ ਮੁਤਾਬਕ ਜਿਹੜੀ ਹੜਤਾਲ ਹੈ ਉਹ ਵਾਰਾ ਨਹੀਂ ਖਾਂਦੀ। ਦੂਜੇ ਪਾਸੇ ਪਟਵਾਰੀ ਜਿਹੜੇ ਇਸ ਮਾਮਲੇ 'ਚ ਆਪਣੇ ਮੁੱਦਿਆਂ ਨੂੰ ਲੈ ਕੇ ਗੱਲ ਕਰ ਰਹੇ ਹੈ, ਉਹਨਾਂ ਦਾ ਕਹਿਣਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਵਾਜਬ ਗੱਲਾਂ ਹੈ, ਉਹਨਾਂ ਗੱਲਾਂ ਦੇ ਲਈ ਸਾਨੂੰ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਹੈ। ਔਰ ਖਾਸ ਤੌਰ 'ਤੇ ਜਿਸ ਤਰ੍ਹਾਂ ਦੀ ਉਹ ਕਹਿੰਦੇ ਕਿ ਸਮੇਂ ਦੇ ਬਦਲਣ ਦੇ ਨਾਲ ਜਿੰਨਾ ਸਰਕਲ ਸੀ, ਜਿੰਨੀ ਗਿਣਤੀ ਸੀ, ਹੁਣ ਉਸ ਤੋਂ ਅੱਧੀ ਗਿਣਤੀ ਰਹਿ ਗਈ ਹੈ। ਸਾਡੇ ਕੋਲ ਹੋਰ ਕੰਮ ਲਏ ਜਾਂਦੇ ਹੈ। ਨਜ਼ਰੀਆ ਇਹਨਾਂ ਮੁੱਦਿਆਂ 'ਤੇ ਆਪਣਾ ਆਪਣਾ ਹੋ ਸਕਦਾ ਹੈ, ਪਰ ਆਪਣੇ ਮਹਿਮਾਨ ਜਿਹੜੇ ਇਸ ਮਾਮਲੇ 'ਤੇ ਆਪਣੇ ਨਾਲ ਜੁੜੇ ਆ, ਉਹ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਖਦੇ ਹਾਂ ਉਹਨਾਂ ਨੂੰ। ਸਾਡੇ ਨਾਲ ਹਰਸਿਮਰਤ ਸਿੰਘ ਬੱਬੀ ਬਾਦਲ ਆਮ ਆਦਮੀ ਪਾਰਟੀ ਦੇ ਕੱਦਾਵਰ ਬੁਲਾਰੇ ਨੇ। ਇੱਦਾਂ ਹੀ ਜੇ ਆਪਾਂ ਗੱਲ ਕਰੀਏ ਕੇਂਦਰ ਦੀ ਨੁਮਾਇੰਦਗੀ ਦੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਇਕਬਾਲ ਸਿੰਘ ਚੰਨੀ ਜੀ। ਜਿਹੜੀ ਧਿਰ ਸੰਘਰਸ਼ ਕਰ ਰਹੀ ਹੈ, ਲੜਾਈ ਲੜ ਰਹੀ ਹੈ ਇਸ ਮੁੱਦੇ 'ਤੇ, ਆਪਣੇ ਮੰਗਾਂ ਨੂੰ ਲੈ ਕੇ, ਆਪਣੀ ਵਾਜਬਤਾ ਦੇ ਮੁੱਦਿਆਂ ਨੂੰ ਲੈ ਕੇ, ਉਹਨਾਂ ਦੀ ਨੁਮਾਇੰਦਗੀ ਕਰ ਰਿਹਾ ਹੈ ਮੋਹਨ ਸਿੰਘ ਭੋਡੀਪੁਰਾ ਜੀ। ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜਿਹੜੇ ਮੁੱਦਿਆਂ ਦੇ ਵਿੱਚ ਹਮੇਸ਼ਾ ਅਕਸਰ ਜਦੋਂ ਆਪਾਂ ਗੱਲ ਕਰਦੇ ਹਾਂ ਪਟਵਾਰੀਆਂ ਦੀ, ਸਰਕਾਰ ਦੀ ਕੈਸੀ ਧਿਰ ਹੈ ਜਿਹੜੀ ਇਹਨਾਂ ਸਾਰੇ ਮਾਮਲਿਆਂ ਨਾਲ ਜੁੜੀ ਵੀ ਆ, ਉਹ ਹੈ ਕਿਸਾਨ ਆਗੂ ਬਲਦੇਵ ਭਾਈ ਰੂਪਾ। ਸਾਰੇ ਮਹਿਮਾਨਾਂ ਨੂੰ ਮੈਂ ਤਹਿ ਦਿਲ ਤੋਂ ਜੀ ਆਖਦਾ, ਵੈਲਕਮ ਕਰਦਾ। ਮੋਹਨ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਬੰਦਾ ਵੀ ਤੁਹਾਡੇ ਤੋਂ ਹੈ। ਕੀ ਵਜ੍ਹਾ ਹੈਗੀ ਹੈ? ਸਰਕਾਰ ਕਹਿੰਦੀ ਹੈ ਕਿ ਤੁਹਾਡੀਆਂ ਵਾਜਬ ਗੱਲਾਂ ਮੰਨੀਆਂ ਵੀ ਗਈਆਂ, ਭੱਤਿਆਂ 'ਚ ਵਾਧੇ ਦੀ ਗੱਲ ਕਰਦੇ ਹੈ, ਨਵੀਂ ਭਰਤੀ ਦੀ ਗੱਲ ਵੀ ਕਰਦੇ ਹੈ, ਇਹਦੇ ਬਾਵਜੂਦ ਕਿਉਂ ਫਿਰ ਇਸ ਮਾਮਲੇ 'ਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਸਰਕਾਰ ਨੂੰ ਐਸਵਾਂ ਵਰਗਾ ਹਥਿਆਰ ਆ ਜਿਹੜਾ ਉਹ ਇਸਤੇਮਾਲ ਕਰਨਾ ਪੈ ਰਿਹਾ? ਜੀ ਮੋਹਨ ਸਿੰਘ ਜੀ। ਸਤਿ ਸ੍ਰੀ ਅਕਾਲ ਤੇ ਦੂਜੇ ਸਾਥੀਆਂ ਨੂੰ ਜੀ। ਇਹਦਾ ਮੈਂ ਥੋੜਾ ਜਿਹਾ ਤੁਹਾਨੂੰ ਸਿੱਧੂ ਸਾਹਿਬ 2 ਮਿੰਟਾਂ ਦੇ ਵਿੱਚ ਵਿਸਥਾਰ ਦੇ ਨਾਲ ਦੱਸ ਦੇਵਾਂ ਵੀ ਜਦੋਂ 1966 ਦੇ ਵਿੱਚ ਆਪਾਂ ਪੰਜਾਬ ਦੀ ਵੰਡ ਕਰਦੇ ਹਾਂ, 1966 ਦੇ ਵਿੱਚ 20 ਜ਼ਿਲ੍ਹੇ ਸੀ ਆਪਣੇ ਮਹਾ ਪੰਜਾਬ ਦੇ, ਉਹਦੇ ਵਿੱਚੋਂ 10 ਜ਼ਿਲ੍ਹੇ ਆਪਣੇ ਹਿੱਸੇ 'ਚ ਆਏ, 6 ਹਰਿਆਣੇ ਨੂੰ ਮਿਲ ਗਏ ਤੇ 4 ਮਿਲ ਗਏ ਹਿਮਾਚਲ ਨੂੰ। ਹਿਮਾਚਲ ਨੂੰ 4 ਜ਼ਿਲ੍ਹਿਆਂ ਦੇ ਨਾਲ ਮਿਲੇ 354 ਪਟਵਾਰੀ, ਹਰਿਆਣੇ ਨੂੰ ਮਿਲੇ 6 ਜ਼ਿਲ੍ਹਿਆਂ ਦੇ ਨਾਲ 1892 ਪਟਵਾਰੀ, ਔਰ ਪੰਜਾਬ ਨੂੰ ਮਿਲੇ 10 ਜ਼ਿਲ੍ਹਿਆਂ ਦੇ ਨਾਲ 3660 ਪਟਵਾਰੀ। ਤੇ
3760 ਪਟਵਾਰੀ ਜਦੋਂ 1 ਨਵੰਬਰ 1966 ਨੂੰ ਮਿਲਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਪਟਵਾਰ ਸਰਕਲ ਹੈ, ਪਟਵਾਰ ਸਰਕਲ ਬਣਦਾ ਹੈ। 4 ਕ੍ਰਾਈਟੇਰੀਆ ਨੇ ਸਰਕਲ ਬਣਾਉਣ ਦੇ ਜੀ। ਇੱਕ ਤਾਂ ਹੈਗਾ ਵੀ ਜੇਕਰ ਬਰਾਨੀ ਇਲਾਕਾ ਹੋਵੇ ਤਾਂ ਉੱਥੇ 8000 ਏਕੜ ਦਾ ਸਰਕਲ ਬਣਦਾ ਹੈ, ਤੇ ਜੇ ਚਾਹੀ ਹੋਵੇ ਤਾਂ 3000 ਏਕੜ ਦਾ ਬਣਦਾ ਹੈ, ਤੇ ਜਾਂ ਫਿਰ ਨੰਬਰ ਖਸਰਿਆਂ ਨੂੰ ਮੁੱਖ ਰੱਖਿਆ ਜਾਂਦਾ ਹੈ। 4400 ਨੰਬਰ ਖਸਰੇ ਦਾ ਇੱਕ ਸਰਕਲ ਬਣਦਾ। ਜੇ 4400 ਤੋਂ ਉੱਪਰ ਨੰਬਰ ਖਸਰੇ ਚਲੇ ਜਾਣ ਤਾਂ ਸਰਕਲ 2 ਬਣਦੇ ਨੇ। ਇਸੇ ਤਰ੍ਹਾਂ ਜਿਹੜੀਆਂ ਖਤੌਨੀਆਂ ਨੇ ਉਹ 1200 ਖਤੌਨੀ ਤੋਂ ਅਗਰ ਉੱਪਰ ਖਤੌਨੀ ਚਲੀ ਜਾਂਦੀ ਹੈ, ਮੰਨ ਲਓ 2000 ਖਤੌਨੀਆਂ ਹੋ ਗਈਆਂ ਜਿਸ ਪਿੰਡ ਸਰਕਲ ਦੀਆਂ, ਤਾਂ ਸਰਕਲ ਟੁੱਟ ਕੇ 2 ਬਣਨਗੇ। ਤੇ ਆਪਣੇ ਬਹੁਤੇ ਜਿਹੜੇ ਸਰਕਲ ਸੀ ਉਹ 8000 ਏਕੜ ਵਾਲੇ ਬਰਾਨੀ ਦੇ ਸਰਕਲ ਸੀ ਈਸਟ ਪੰਜਾਬ ਦੇ, ਤੇ ਮਾਨਸਾ ਆਪਣਾ ਬਠਿੰਡਾ ਤੇ ਆਪਣੇ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਸੀਗਾ ਜੀ। ਫਿਰ 1978 ਚ ਕਿਸਾਨ ਟਰੈਕਟਰ ਲੈ ਲੈਂਦੇ ਨੇ, ਬਹੁਤ ਜ਼ਿਆਦਾ ਟਰੈਕਟਰ ਆਉਂਦੇ ਨੇ ਪੰਜਾਬ 'ਚ। ਫਿਰ ਆਪਾਂ ਜਿਹੜੀ ਬੰਜੜ ਹੈ ਉਹਨੂੰ ਤੋੜ ਦਿੰਦੇ ਹਾਂ, ਬਰਾਨੀ ਇਲਾਕੇ ਨੂੰ ਜਾਂ ਟਿੱਬਿਆਂ ਨੂੰ ਕਰਾ ਲਾ ਕੇ ਜ਼ਮੀਨ ਉਪਜਾਊ ਕਰ ਲੈਂਦੇ ਹਾਂ। ਤਾਂ 1980 ਦੇ ਵਿੱਚ ਦਰਬਾਰਾ ਸਰਕਾਰ ਦੇ ਵਿੱਚ ਸਰਦਾਰ ਬੇਅੰਤ ਸਿੰਘ ਜਿਹੜੇ ਸੀਗੇ ਉਹ ਮਾਲ ਮੰਤਰੀ ਸੀ। ਤਾਂ ਉਸ ਸਮੇਂ 3660 ਪਟਵਾਰ ਸਰਕਲ ਸੀ ਔਰ ਪਟਵਾਰੀ ਵੀ ਪੂਰੇ ਸੀ, ਕੋਈ ਘੱਟ ਨਹੀਂ ਸੀਗਾ। ਤਾਂ ਉਹਨਾਂ ਨੇ ਵਾਅਦਾ ਕਰਕੇ, ਕਿਉਂਕਿ ਜਦੋਂ ਜ਼ਮੀਨ ਉਪਜਾਊ ਹੋ ਗਈ ਸਰਕਲ ਵੱਡੇ ਕਰਨੇ ਪੈ ਗਏ, ਛੋਟੇ ਕਰਨੇ ਪੈ ਗਏ, ਤਾਂ ਉਹਨਾਂ ਨੇ 3660 ਤੋਂ ਵਧਾ ਕੇ ਇਹ ਸਰਕਲ ਜਿਹੜੇ 4716 ਕਰਤੇ, ਜੋ ਕਿ ਅੱਜ ਤੱਕ ਚੱਲੇ ਆ ਰਹੇ ਆ। ਸਰਦਾਰ ਬੇਅੰਤ ਸਿੰਘ ਨੇ ਪੂਰੀ ਭਰਤੀ ਕੀਤੀ, ਈਵਨ 100 ਬੰਦਾ ਹੋਰ ਵੀ ਵੱਧ ਭਰਤੀ ਕਰਤਾ ਕਿ ਜੇ ਰਿਟਾਇਰ ਹੋਣਗੇ ਜਿਹੜੇ ਸਾਥੀ ਗਾਹਾਂ ਸਾਲ 1.5 ਸਾਲ ਨੂੰ, ਉਹ ਵੀ ਪਹਿਲਾਂ ਭਰਤੀ ਕਰਤੀ। ਤੇ ਮੁੜ ਕੇ ਭਰਤੀ ਜਿਹੜੀ ਹੋਈ ਸਿਰਫ 1999 ਤੇ 1990 ਚ ਹੋਈ, ਤੇ 1993 ਦੇ ਵਿੱਚ ਬੇਅੰਤ ਸਰਕਾਰ ਬਣ ਜਾਂਦੀ ਹੈ, ਉਹਨਾਂ ਵੱਲੋਂ ਕੋਈ ਭਰਤੀ ਨਹੀਂ ਕੀਤੀ ਜਾਂਦੀ। 1997 ਚ ਬਾਦਲ ਸਰਕਾਰ ਬਣ ਜਾਂਦੀ ਹੈ, ਉਹਨਾਂ ਵੱਲੋਂ ਕੋਈ ਭਰਤੀ ਨਹੀਂ ਕੀਤੀ ਜਾਂਦੀ। ਫਿਰ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਜਾਂਦੀ ਹੈ, ਕੋਈ ਭਰਤੀ ਨਹੀਂ ਕੀਤੀ ਜਾਂਦੀ। 2007 ਦੇ ਵਿੱਚ ਫਿਰ ਬਾਦਲ ਸਰਕਾਰ ਬਣ ਜਾਂਦੀ ਹੈ, ਕੋਈ ਭਰਤੀ ਨਹੀਂ ਕੀਤੀ ਜਾਂਦੀ। 2012 ਦੇ ਵਿੱਚ ਜਦੋਂ ਫਿਰ ਬਾਦਲ ਸਰਕਾਰ ਬਣ ਤਾਂ ਮੁੜ ਸਾਨੂੰ 2016 ਦੇ ਵਿੱਚ ਜਦੋਂ ਪਟਵਾਰੀਆਂ ਦੀ ਗਿਣਤੀ ਕਾਫੀ ਘੱਟ ਗਈ, ਲਗਭਗ 2000 ਹੀ ਪਟਵਾਰੀ ਰਹਿ ਗਿਆ, ਤਾਂ ਮੁੜ ਕੇ ਸਾਨੂੰ ਮਜਬੂਰ ਹੋ ਕੇ ਸੰਘਰਸ਼ ਕਰਨਾ ਪਿਆ। ਇਸੇ ਤਰ੍ਹਾਂ ਜਿਵੇਂ ਅੱਜ ਕੀਤਾ ਹੋਇਆ, ਐਵੇਂ ਵਾਧੂ ਸਰਕਲ ਜਿਹੜੇ ਆ ਉਹ ਛੱਡਣੇ ਪਏ। ਫਿਰ ਸਰਕਾਰ ਨੇ ਸਾਡੇ ਉਸ ਸੰਘਰਸ਼ ਨੂੰ ਦੇਖਦੇ ਹੋਏ 1227 ਵਿਕਰਮ ਸਿੰਘ ਮਜੀਦ 1227 ਜਿਹੜਾ ਨਵੇਂ ਪਟਵਾਰੀ ਭਰਤੀ ਕੀਤੇ, ਜਿਨ੍ਹਾਂ ਵਿੱਚੋਂ ਕਿ ਸਾਡੇ ਕੋਲੇ 900 ਬੰਦਾ ਜਿਹੜਾ ਉਹ ਆਇਆ, 300-400 ਛੱਡ ਕੇ ਚਲਾ ਗਿਆ। ਫਿਰ ਮੁੜ ਸਾਨੂੰ ਸੰਘਰਸ਼ ਕਰਨਾ ਪਿਆ ਇਸੇ ਤਰ੍ਹਾਂ ਦਾ ਜਿਵੇਂ ਅਸੀਂ ਹੁਣ ਕਰ ਰਹੇ ਹਾਂ। ਆਪਣਾ ਵਾਧੂ ਹਲਕਿਆਂ ਦਾ ਛੱਡਣਾ ਪਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ। ਫਿਰ ਜਿਹੜੀ ਚੰਨੀ ਸਰਕਾਰ ਆ ਉਹ 1090 ਬੰਦੇ ਨੂੰ ਭਰਤੀ ਕਰ ਜਾਂਦੀ ਹੈ। ਅਪਾਇੰਟਮੈਂਟ ਲੈਟਰ ਇਸ ਕਰਕੇ ਨਹੀਂ ਦੇ ਹੁੰਦੇ ਕਿ ਕੋਡ ਆਫ ਕੰਡਕਟ ਲੱਗ ਜਾਂਦਾ। ਤੇ 6 ਜੁਲਾਈ 2022 ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਪਟਵਾਰੀਆਂ ਨੂੰ ਅਪਾਇੰਟਮੈਂਟ ਲੈਟਰ ਦਿੰਦੇ ਨੇ ਜਿਵੇਂ ਕਿ ਅੱਜ ਦਿੱਤੇ ਨੇ, ਤੇ ਉੱਥੇ ਅਨਾਉਂਸ ਕਰਦੇ ਨੇ ਵੀ ਅੱਜ ਤੋਂ ਮੈਂ ਜਿਹੜਾ ਤੁਹਾਨੂੰ 5000 ਰੁਪਈਆ ਇਹ ਮੈਂ ਪੂਰੀ ਬੇਸਿਕ ਪੇ ਦੇਵਾਂਗਾ 19000 ਰੁਪਈਆ, ਤੇ ਤੁਹਾਡੀ ਟ੍ਰੇਨਿੰਗ ਵੀ ਜਿਹੜੀ ਘਟਾ ਕੇ ਮੈਂ 1 ਸਾਲ ਕਰ ਰਿਹਾ, ਤੇ ਕਿਉਂਕਿ ਇੰਨੀ ਲੋੜ ਨਹੀਂ ਹੈ, ਤੁਸੀਂ ਪੜ੍ਹੇ ਲਿਖੇ ਬੱਚੇ ਬਹੁਤ ਹੋ। ਪਰ ਉਸ ਗੱਲ ਨੂੰ 1.5 ਸਾਲ ਲੰਘ ਗਿਆ, ਉਹ ਬੱਚਿਆਂ ਦੀ ਨਾ ਤਾਂ ਤਨਖਾਹ ਹੀ 19000 ਹੋਈ 5000 ਤੋਂ, ਨਾ ਹੀ ਉਹਨਾਂ ਦਾ ਜਿਹੜਾ ਟ੍ਰੇਨਿੰਗ ਪੀਰੀਅਡ ਹੈ ਉਹ ਸਾਲ ਹੋਇਆ। ਉਹ ਟ੍ਰੇਨਿੰਗ ਪੀਰੀਅਡ ਵੀ ਅੱਜ 1.5 ਸਾਲ ਹੈ, ਤੇ ਉਹਨਾਂ ਨੂੰ ਕੋਈ ਸਟੈਫਨ ਨਹੀਂ ਦਿੱਤਾ ਗਿਆ, ਮਤਲਬ 5000 ਹੀ ਦਿੱਤਾ ਗਿਆ, ਬੇਸ ਨਹੀਂ ਦਿੱਤੀ। ਬਿਲਕੁਲ ਤੁਸੀਂ ਆ ਰਹੇ ਜੀ ਉਸੇ ਗੱਲ। ਅੱਜ ਮੁੱਖ ਮੰਤਰੀ ਸਾਹਿਬ ਨੇ ਫਿਰ 710 ਬੱਚੇ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਨੇ। ਉਹਨਾਂ ਨੇ ਜੋ ਉਹਨਾਂ ਦਾ ਸਟੈਫਨ ਹੈ ਉਹ ਸਟੈਫਨ ਹੀ ਰੱਖਿਆ, 5000 ਤੋਂ ਵਧਾ ਕੇ 18000 ਕਰਤਾ। ਇੱਥੇ ਵੀ ਅਫਸਰਸ਼ਾਹੀ ਫਿਰ ਚਲਾਕੀ ਖੇਡ ਗਈ। ਅਸੀਂ ਚਾਹੁੰਦੇ ਸੀ ਜੋ ਸੀਐਮ ਸਾਹਿਬ ਨੇ 6 ਜੁਲਾਈ 2022 ਨੂੰ ਬੇਸਿਕ ਪੇ ਅਨਾਉਂਸ ਕੀਤੀ ਸੀ ਉਹ ਦੇਣੀ ਚਾਹੀਦੀ ਸੀ, ਪਰ ਉਹਨੂੰ ਅੱਜ ਫਿਰ ਸਟੈਫਨ ਅਨਾਉਂਸ ਕਰਾਤਾ। ਇਸੇ ਤਰ੍ਹਾਂ ਇਹ ਸਟੈਫਨ ਪਹਿਲਾਂ ਪਟਵਾਰੀਆਂ ਨੂੰ ਬਿਲਕੁਲ ਨਹੀਂ ਸੀ ਮਿਲਿਆ ਕਰਦਾ ਜੀ। 1993 ਚ ਪਟਵਾਰੀ ਦੀ ਬੇਸਿਕ ਪੇ। ਮੋਹਨ ਸਿੰਘ ਜੀ ਦੇਖੋ, ਤੁਸੀਂ ਬਿਲਕੁਲ ਵਜ੍ਹਾ ਫਰਮਾ ਰਹੇ ਹੋ। ਜਦੋਂ 1993 ਦੀ ਆਪਾਂ ਉਸ ਲਾਈਨ ਨੂੰ ਛੇੜਦੇ ਹਾਂ, ਗੱਲ ਲੰਬੀ ਹੋ ਜਾਂਦੀ ਹੈ। ਗੱਲ ਇਹ ਹੈ ਕਿ ਸਥਿਤੀ ਤੁਸੀਂ ਵਰਣਨ ਕੀਤੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਵੀ ਭਰਤੀ ਨਹੀਂ ਕੀਤੀ, ਪਿੱਛੇ ਥੋੜੀ ਭਰਤੀ ਹੋਈ, ਪਰ ਲੰਬੇ ਸਮੇਂ 'ਚ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਕਿ ਤੁਹਾਡੇ ਕੋਲੇ ਬਹੁਤ ਸਾਰਾ ਕੰਮ ਇਕੱਠਾ ਹੋ ਗਿਆ। ਤੁਸੀਂ ਬੇਸਿਕ ਤਨਖਾਹ ਦੀ ਗੱਲ ਕਰਦੇ ਹਾਂ, ਤੁਸੀਂ ਭੱਤਿਆਂ ਦੀ ਗੱਲ ਕਰਦੇ ਹਾਂ। ਆਪਾਂ ਇਸ ਮੁੱਦੇ ਤੇ ਜਵਾਬ ਲੈ ਲਈਏ, ਫਿਰ ਮੈਂ ਤੁਹਾਡੇ ਵੱਲ ਆ ਜਾਣਾ, ਮੁੜ ਕੇ ਵਾਪਸ ਆਉਣਾ। ਜੇ ਤੁਸੀਂ ਇਸ ਗੱਲ ਨੂੰ ਵਾਜਬ ਸਮਝਦੇ ਆਪਾਂ ਜਵਾਬ ਲੈ ਲਈਏ ਇੱਕ ਵਾਰ ਇਸ ਮੁੱਦੇ ਤੇ। ਜੀ ਬੱਬੀ ਬਾਦਲ ਜੀ, ਬੱਬੀ ਬਾਦਲ ਜੀ, ਜਦੋਂ ਪਿਛਲੀਆਂ ਸਰਕਾਰਾਂ ਦੀ ਮੋਹਨ ਸਿੰਘ ਜੀ ਨੇ ਕਿਹਾ
खैर पिछलियां सरकारां अपने लिए ਜ਼ਿੰਮੇਵਾਰ ਹੋਣਗੀਆਂ ਜੋ ਉਹਨਾਂ ਵੇਲੇ ਕੀਤਾ ਗਿਆ, ਪਰ ਇੱਕ ਧਿਰ ਐਸੀ ਹੈ ਜਿਹੜੀ ਉਹ ਕਹਿੰਦੀ ਸੀ ਉਹਨਾਂ ਲਈ ਤਾਂ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਹੀ ਰਹੀਆਂ ਨਾ ਕਿ ਨਾ ਇੱਕ ਨੇ ਕੀਤਾ ਨਾ ਦੂਜੇ ਨੇ ਕੀਤਾ ਨਾ ਅਗਲੀ ਸਰਕਾਰ ਨੇ ਕੀਤਾ। ਹੁਣ ਕਹਿੰਦੇ ਜੇ ਸਾਡੇ ਨਾਲ ਜਿਹੜੇ ਬੇਸਿਕ ਤਨਖਾਹ ਦੀ ਗੱਲ, ਭੱਤਿਆਂ ਦੀ ਗੱਲ, ਟ੍ਰੇਨਿੰਗ ਪੀਰੀਅਡ ਘਟਾਉਣ ਦੀ ਗੱਲ, ਉਹ ਸਾਰੀਆਂ ਗੱਲਾਂ ਨਹੀਂ ਮੰਨੀਆਂ ਗਈਆਂ, ਜਿਸ ਵਜ੍ਹਾ ਕਰਕੇ ਉਹ ਕਿਸੇ ਅੰਦੋਲਨ ਦੇ ਰਾਹ ਨੂੰ ਪਏ ਹੈ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਤੇ ਸਾਰੇ ਪੈਨਲ ਤੇ ਬੈਠੇ ਵੀਰਾਂ ਨੂੰ, ਬੁਲਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਮੋਹਨ ਸਿੰਘ ਜੀ ਨਾਲ ਪਹਿਲਾਂ ਵੀ ਸ਼ੁਰੂਆਤ ਵਿੱਚ ਇੱਕ ਡਿਬੇਟ ਤੇ ਆਇਆ ਸੀ ਔਰ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਉਦੋਂ ਸਭ ਤੋਂ ਵੱਡੀ ਰੰਜਿਸ਼ ਜਿਹੜੀ ਇਹਨਾਂ ਨੇ ਪ੍ਰਧਾਨ ਜੀ ਨੇ ਦੱਸੀ ਸੀ ਉਹ ਸੀ ਕਿ ਇੱਕ ਤਾਂ ਕੰਮ ਦਾ ਲੋਡ ਬਹੁਤ ਹੈ ਜੀ, 1700 ਪਟਵਾਰੀ ਹੈ, 4700 ਸਰਕਲ ਹੈ ਤੇ ਸਾਡੇ ਤੇ ਕੰਮ ਦਾ ਲੋਡ ਬਹੁਤ ਜ਼ਿਆਦਾ ਹੈ। ਦੂਜਾ ਇਹਨਾਂ ਨੇ ਰੰਜਿਸ਼ ਆਪਣੀ ਇਹ ਦੱਸੀ ਸੀ, ਮਾਖਤਾ ਕੀਤਾ ਸੀ ਕਿ ਸਾਡੇ ਜਿਹੜੇ ਬੱਚੇ ਹੈ ਉਹਨਾਂ ਨੂੰ 163 ਰੁਪਏ ਰੋਜ਼ਾਨਾ ਦਿੱਤਾ ਜਾ ਰਿਹਾ ਹੈ, ਜਿਹੜਾ ਕਿ ਨਰੇਗਾ ਦੀ ਉਹਦੇ ਤੋਂ ਵੀ ਘੱਟ ਹੈ। ਸੋ ਮੈਂ ਸਮਝਦਾ ਅੱਜ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੀਦਾ ਇਹਨਾਂ ਨੂੰ, ਮੁੱਖ ਮੰਤਰੀ ਜੀ ਦਾ, ਕਿ ਮੁੱਖ ਮੰਤਰੀ ਜੀ ਨੇ ਨਾ ਸਿਰਫ ਇੱਜ਼ਤ ਅਫਜ਼ਾਈ ਕੀਤੀ, ਇਹ ਕਿਹਾ ਕਿ ਚੀਫ ਸੈਕਟਰੀ ਅਨੁਰਾਗ ਵਰਮਾ ਤੋਂ ਲੈ ਕੇ ਪਟਵਾਰੀ ਸਾਹਿਬਾਨ ਤੱਕ ਮੇਰੇ ਸਾਰੇ ਹੀ ਟੀਮ ਦੇ ਮੈਂਬਰ ਹੈ, ਫੀਲਡ ਵਿੱਚ ਕੰਮ ਕਰਦੇ ਨੇ। ਸ਼ਾਇਦ ਮੈਨੂੰ ਉਨੀਆਂ ਗੱਲਾਂ ਦਾ ਨਹੀਂ ਪਤਾ, ਤੁਸੀਂ ਸਾਡੇ ਨਾਲ ਬੈਠੋ, ਗੱਲਬਾਤ ਕਰੋ, ਸਾਨੂੰ ਅਵਗਤ ਕਰਾਓ। ਫਿਰ ਉਹਨਾਂ ਨੇ 5000 ਤੋਂ 18000 ਕਰਤਾ, ਜਿਹੜਾ ਟ੍ਰੇਨੀ ਪੀਰੀਅਡ ਵਿੱਚ ਉਹਨਾਂ ਦਾ ਅੰਡਰ ਟ੍ਰੇਨੀ ਸਟਾਈਪੈਂਡ ਹੈ ਉਹ 5000 ਤੋਂ ਵਧਾ ਕੇ 18000 ਕਰਤਾ। ਫਿਰ ਤੀਜਾ ਜਿਹੜਾ ਇਹਨਾਂ ਦੀ ਨਾਰਾਜ਼ਗੀ ਸੀ ਕਿ ਸਾਡੇ ਬਹੁਤ ਘੱਟ ਸਾਡੇ ਕੋਲੇ ਮੈਨ ਪਾਵਰ ਹੈ, ਉਹਨਾਂ ਨੇ ਨਾ ਸਿਰਫ ਜਿਹੜੇ ਅੰਡਰ ਟ੍ਰੇਨੀ 1090 ਸੀ ਪਟਵਾਰੀ ਸਾਡੇ, ਨਾ ਸਿਰਫ ਉਹਨਾਂ ਨੂੰ ਫੀਲਡ 'ਚ ਭੇਜਣ ਦਾ ਫੈਸਲਾ ਲਿਆ, ਬਲਕਿ ਉਹਨਾਂ ਨੇ 710 ਜਿਹੜੇ ਪਟਵਾਰੀਆਂ ਨੇ ਟੈਸਟ ਕਲੀਅਰ ਕੀਤਾ ਸੀ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇਤੇ ਤੇ ਇਹ ਵੀ ਕਹਿਤਾ ਕਿ 586 ਦੀ ਐਡ ਕੱਲ੍ਹ ਨੂੰ ਆ ਜੂਗੀ। ਹੁਣ ਦੇਖੋ, ਮੇਰੇ ਹਿਸਾਬ ਨਾਲ ਤਾਂ ਸਾਰੀਆਂ ਗੱਲਾਂ ਹੱਲ ਹੋ ਗਈਆਂ। ਇਹਨਾਂ ਨੂੰ ਕਲਮ ਛੋੜ ਵਾਲੀ ਜਿਹੜੀ ਤਲਵਾਰ ਇਹਨਾਂ ਨੇ ਲਟਕਾਈ ਹੈ ਉਹ ਵਾਪਸ ਲੈਣੀ ਚਾਹੀਦੀ ਹੈ। ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਦੇਖੋ, ਕਿਸਾਨ ਜਥੇਬੰਦੀਆਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਪਟਵਾਰੀ ਇਸ ਸਮੇਂ ਸੰਵੇਦਨਸ਼ੀਲ ਸਮੇਂ ਉਹਦੇ ਤੇ ਹੜਤਾਲ ਤੇ ਨਾ ਜਾਣ, ਲੇਕਿਨ ਇੱਕ ਵੀ ਕਿਸਾਨ ਜਥੇਬੰਦੀ ਨੇ ਨਾ, ਇੱਕ ਜਥੇਬੰਦੀ ਨੇ ਵੀ ਇਹ ਨਹੀਂ ਕੀਤਾ ਕਿ ਪਟਵਾਰੀਆਂ ਨੂੰ ਨਸੀਹਤ ਦਿੱਤੀ ਹੋਵੇ ਕਿ ਅੱਜ ਸਾਨੂੰ ਲੋੜ ਹੈ, ਕਿਸਾਨ ਵਰਗ ਨੂੰ ਕਿਰਪਾ ਕਰਕੇ ਤੁਸੀਂ ਕੰਮ ਤੇ ਰਹੋ। ਲੇਕਿਨ ਮੈਂ ਬੇਨਤੀ ਫੇਰ ਕਰਦਾ ਦੁਬਾਰਾ ਤੋਂ ਕਿ ਮਿਲ ਜੁਲ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਆਪਾਂ ਕਰਨੀ ਹੈ ਤੇ ਪਟਵਾਰੀਆਂ ਦੀਆਂ ਬਹੁਤੀਆਂ ਮੰਗਾਂ ਹੱਲ ਹੋ ਚੁੱਕੀਆਂ ਨੇ। ਕਿਰਪਾ ਕਰਕੇ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਤੁਹਾਨੂੰ ਉਕਸਾਉਂਦੇ ਨੇ, ਸਾਨੂੰ ਸਾਰਾ ਪਤਾ ਹੈ, ਜਿਹੜੇ ਤੁਹਾਨੂੰ ਭਟਕਾਉਂਦੇ ਨੇ ਉਹ ਤੁਹਾਡੇ ਹਮਦਰਦ ਨਹੀਂ ਹੈਗੇ, ਜਿਹੜੇ ਇਹ ਲੜਾਈ ਬਣਾਉਣਾ ਚਾਹੁੰਦੇ ਨੇ ਪਟਵਾਰੀ ਵਰਸਸ ਮੁੱਖ ਮੰਤਰੀ, ਇਹਦੇ ਵਿੱਚੋਂ ਕਾਮਯਾਬ ਨਹੀਂ ਹੋਣਗੇ। ਸੋ ਕਿਰਪਾ ਕਰਕੇ ਇੱਕ ਗੱਲ ਜਿਹੜੀ ਬੱਬੀ ਬਾਦਲ ਜੀ ਥੋੜਾ ਕਲੀਅਰ, ਕਿਉਂਕਿ ਜਿਹੜੇ ਦਰਸ਼ਕ ਸੁਣ ਰਹੇ, ਜਦੋਂ ਭਟਕਾਉਣ ਦੀ ਆਪਾਂ ਗੱਲ ਕਰਦੇ, ਦੇਖੋ ਬਹੁਤ ਸਾਰੀਆਂ ਤਰ੍ਹਾਂ ਫੋਰਸਿਸ ਹੁੰਦੀਆਂ ਜਿਨ੍ਹਾਂ ਦੇ ਬਾਰੇ 'ਚ ਸ਼ੰਕੇ ਉੱਠ ਸਕਦੇ ਆ। ਕੌਣ ਲੋਕ ਹੈ ਐਸੇ ਜਿਹੜੇ ਇਹਨਾਂ ਨੂੰ ਭਟਕਾਉਂਦੇ ਆ? ਪੋਲੀਟੀਕਲ ਹੈ? ਇਹ ਬਿਲਕੁਲ ਪੋਲੀਟੀਕਲ। ਇਹ ਜੀ ਜਿਹੜੇ ਸਾਡੇ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ, ਜਿਹੜੇ ਵਿਰੋਧੀ ਪਾਰਟੀਆਂ ਕਹਿ ਲਓ, ਰਵਾਇਤੀ ਪਾਰਟੀਆਂ ਕਹਿ ਲਓ, ਉਹ ਹੁਣ ਸਾਡੇ ਨਾਲ ਸਿੱਧੀ ਲੜਾਈ ਨਹੀਂ ਨਾ ਲੜ ਸਕਦੇ ਸਿਆਸੀ ਤੌਰ ਤੇ। ਉਹ ਫਿਰ ਟੇਢੇ ਤਰੀਕੇ ਨਾਲ ਪਿਛਲੇ ਦਰਵਾਜ਼ੇ ਵਿੱਚ ਦੀ ਤਾਕਤ ਵਿੱਚ ਆਉਣ ਨੂੰ ਫਿਰਦੇ ਨੇ। ਉਹ ਜਾਣ ਬੁੱਝ ਕੇ ਜਥੇਬੰਦੀਆਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਂਦੇ ਨੇ। ਪਟਵਾਰੀ ਸਾਡੇ ਭਰਾ ਨੇ, ਭੈਣਾਂ ਨੇ, ਪਟਵਾਰੀਆਂ ਦੀ ਅਸੀਂ ਸਤਿਕਾਰ ਕਰਦੇ ਹਾਂ, ਇੱਜ਼ਤ ਕਰਦੇ ਹਾਂ। ਕਿਰਪਾ ਕਰਕੇ ਪਟਵਾਰੀ ਵਰਗ ਨੂੰ ਵੀ ਹੁਣ ਫਰਾਖ ਦਿਲੀ ਦਿਖਾਉਣੀ ਚਾਹੀਦੀ ਹੈ ਔਰ ਆਪਣੀ ਜਿਹੜੀ ਕਲਮ ਛੋੜ ਹੜਤਾਲ ਵਾਪਸ ਲੈ ਕੇ ਕੰਮ ਤੇ ਪੂਰੇ ਜ਼ੋਰ ਸ਼ੋਰ ਨਾਲ ਲਾਉਣਾ ਚਾਹੀਦਾ। ਤੁਹਾਡੀ ਗੱਲ ਆ ਗਈ ਜਿਹੜੀ ਕੀ ਹੈ। ਚੰਨੀ ਜੀ, ਤੁਸੀਂ ਕਮੈਂਟ ਸੁਣੇ ਹੈ ਬੱਬੀ ਬਾਦਲ ਨੇ ਜੋ ਉਹਨਾਂ ਨੇ ਕਹੀ ਹੈ ਗੱਲ, ਔਰ ਮੋਹਨ ਸਿੰਘ ਜੀ ਜੋ ਪਟਵਾਰੀ ਸੰਘਰਸ਼ ਕਰ ਰਹੇ ਉਹਨਾਂ ਦੀ ਨੁਮਾਇੰਦਗੀ ਕਰ ਰਹੇ, ਸਾਡੇ ਬੁਲਾਰੇ ਹੈ, ਉਹਨਾਂ ਨੇ ਆਪਣਾ ਪੱਖ ਰੱਖਿਆ। ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਬੱਬੀ ਬਾਦਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਇਸ਼ੂ ਜਿਹੜੇ ਮੰਨੇ ਵੀ ਜਾ ਚੁੱਕੇ ਹੈ, ਪਰ ਕੁਝ ਰਵਾਇਤੀ ਰਾਜਸੀ ਧਿਰਾਂ ਜਿਹੜੀਆਂ ਅਕਸਾਰੀਆਂ ਸੀਐਮ ਵਰਸਸ ਪਟਵਾਰੀ ਬਣਾਉਣਾ ਚਾਹੁੰਦੀਆਂ ਕਿਉਂਕਿ ਆਪਣੇ ਆਪ ਕੁਝ ਕਰ ਨਹੀਂ ਸਕਦੀਆਂ ਤੇ ਇੱਦਾਂ ਦੀਆਂ ਪ੍ਰਸਥਿਤੀਆਂ ਨੂੰ ਉਭਾਰਨਾ ਚਾਹੁੰਦੀਆਂ ਜਿਹਦੇ ਕਰਕੇ ਸਰਕਾਰ ਦੀ ਤੇ ਆਮ ਲੋਕਾਂ ਦੀ ਖੱਜਲ ਖੁਆਰੀ ਹੋਵੇ। ਜੀ ਚੰਨੀ ਜੀ, ਗੱਲ ਹੈ ਬੱਬੀ ਬਾਦਲ ਜੀ ਨੇ ਤਾਂ ਕਹਿਤਾ ਵੀ ਸਾਰੀਆਂ ਮੰਗਾਂ ਇਹਨਾਂ ਦੀਆਂ ਮੰਨ ਲਈਆਂ ਗਈਆਂ ਨੇ
ਜੋ ਵੀ ਸਰਕਾਰ ਨੇ ਕੀਤਾ ਬਹੁਤ ਵਧੀਆ ਕੀਤਾ, ਉਹਦਾ ਧੰਨਵਾਦ ਕਰਨਾ ਚਾਹੀਦਾ। ਤੇ ਮਨਮੋਹਨ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਪਟਵਾਰੀ ਭਰਤੀ ਨਹੀਂ ਕੀਤੇ ਗਏ, ਸਾਡੇ ਸਰਕਲ ਵੱਧ ਗਏ। ਠੀਕ ਹੈ, ਸਰਕਲ ਵੱਧ ਗਏ। ਜਿਵੇਂ ਹੁਣ ਬੱਬੀ ਜੀ ਕਹਿ ਰਹੇ ਨੇ ਕਿ ਪਟਵਾਰੀ 1090 ਉਹ ਫੀਲਡ 'ਚ ਭੇਜਤੇ, 790 ਅਸੀਂ ਨਿਯੁਕਤੀ ਪੱਤਰ ਦੇ 586 ਦੀ ਹੋਰ ਐਡ ਕਰ ਰਹੇ ਆ। ਮੈਂ ਸਮਝਦਾ ਇਹ 4700 ਸਰਕਲ ਨੇ, ਪਰ ਸਰਕਲ ਦਾ ਮੈਨੂੰ ਲੱਗਦਾ ਉਹ ਸਰਕਲ ਦਾ ਹੋਰ ਜ਼ਿਆਦਾ ਵੱਧ ਜਾਣਗੇ। ਕਿ ਇੰਨੇ ਜ਼ਿਲ੍ਹੇ ਵੱਧ ਗਏ, ਆਬਾਦੀ ਵੱਧ ਗਈ ਤੇ ਉਹ ਸਰਕਲ ਵੀ ਵਧਣਗੇ। ਪਰ ਗੱਲ ਇਹ ਵੀ ਮੁੱਦਾ ਕੀ ਹੈ ਜਿੱਥੇ ਗੱਲ ਹੋ ਰਹੀ ਹੈ, ਜਿਹੜੀ ਸਟ੍ਰਾਈਕ ਹੋਈ ਹੈ ਉਹ ਇਸ ਮੁੱਦੇ ਤੇ ਤਾਂ ਹੋਈ ਨਹੀਂ, ਐਸਮਾ ਇਸ ਮੁੱਦੇ ਤੇ ਲੱਗਿਆ ਨਹੀਂ। ਸਟ੍ਰਾਈਕ ਜਿਹੜੀ ਗੱਲ ਤੇ ਉਹਦੇ ਤੋਂ ਗੱਲ ਨਾ ਇਹਨਾਂ ਨੇ ਕੀਤੀ ਨਾ ਉਹਨਾਂ ਨੇ ਕੀਤੀ। ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਤਾਂ ਜਿਹੜਾ ਪਟਵਾਰੀਆਂ ਦੀ ਗਿਣਤੀ ਦਾ ਸਰਕਲ ਤੇ ਚੱਕਰ ਹੈ, ਇਹ ਤਾਂ ਬੜਾ ਪੁਰਾਣਾ ਚੱਲ ਰਿਹਾ। ਉਦੋਂ ਨਾ ਤਾਂ ਐਸਮਾ ਦੀ ਲੋੜ ਸੀ ਉਹਦੇ ਲਈ। ਜਿਹੜੀ ਗੱਲ ਅਸਲੀਅਤ ਹੈ ਉਹ ਗੱਲ ਇੱਥੇ ਕੋਈ ਨਹੀਂ ਕਰ ਰਿਹਾ ਵੀ ਪਟਵਾਰੀਆਂ ਨੂੰ ਅਰੈਸਟ ਕੀਤਾ ਗਿਆ, ਉਹਦੇ ਅਗੇਂਸਟ ਪਟਵਾਰੀਆਂ ਨੇ ਹੜਤਾਲ ਦੀ ਟਾਲ ਦਿੱਤੀ, ਉਹ ਗੱਲ ਤਾਂ ਕੀਤੀ ਨਹੀਂ। ਮੈਂ ਤਾਂ ਇਹ ਸਮਝਣਾ ਚਾਹੁੰਦਾ ਵੀ ਪਟਵਾਰੀਆਂ ਨੇ ਹੜਤਾਲ ਕਿਸ ਕਾਰਨ ਕੀਤੀ, ਕਿ ਇਹ ਪਟਵਾਰੀਆਂ ਦੀ ਗਿਣਤੀ ਕਾਰਨ ਕੀਤੀ, ਕਿ ਜਿਹੜੇ ਪਟਵਾਰੀ ਨੂੰ ਅਰੈਸਟ ਕਰਕੇ ਉਹ ਕਿਹਾ ਗਿਆ ਕਿ ਇਹਨੇ 55 ਏਕੜ ਜ਼ਮੀਨ ਬਣਾਈ ਹੈ, ਉਹਦੇ ਕਾਰਨ ਹੋਈ। ਇਹ ਗੱਲਾਂ ਕਲੀਅਰ ਕਰਨ, ਫਿਰ ਮੈਂ ਅਗਲੀ ਗੱਲ ਕਰੂੰਗਾ। ਤੇ ਮੈਂ ਬੱਬੀ ਜੀ ਨੇ ਪੁੱਛਣਾ ਚਾਹੂੰਗਾ ਵੀ ਜੋ ਤੁਸੀਂ ਇਲਜ਼ਾਮ ਲਾ ਰਹੇ ਹੋ ਪੋਲੀਟੀਕਲ ਪਾਰਟੀਆਂ ਦੇ, ਉਹ ਖੁੱਲ੍ਹ ਕੇ ਨਾਂ ਲਓ ਵੀ ਕਿਹੜੀ ਪਾਰਟੀ ਹੈ, ਕਿਹੜੀ ਉਹਨਾਂ ਨੂੰ ਭੜਕਾ ਰਹੀ ਹੈ। ਤੇ ਮੈਂ ਮੋਹਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਇਸ ਗੱਲ ਦਾ ਜਵਾਬ ਦੇਣ ਵੀ ਤੁਹਾਨੂੰ ਕੌਣ ਭੜਕਾ ਰਿਹਾ ਹੈ, ਕੀ ਬੱਬੀ ਬਾਦਲ ਦਾ ਜਿਹੜਾ ਇਲਜ਼ਾਮ ਹੈ ਉਹ ਸਹੀ ਹੈ ਕਿ ਉਹ ਗਲਤ ਹੈ। ਇਸ ਗੱਲ ਨੂੰ ਕਲੀਅਰ ਆਪਾਂ ਜਵਾਬ ਲੈਣੇ ਆ ਚੰਨੀ ਜੀ। ਪਹਿਲਾਂ ਬੱਬੀ ਬਾਦਲ ਤੋਂ ਇਸ ਮੁੱਦੇ ਤੇ ਜਵਾਬ ਲੈ ਲਈਏ, ਫਿਰ ਮੋਹਨ ਸਿੰਘ ਜੀ ਤੋਂ ਜਵਾਬ ਲਵਾਂਗੇ। ਆਪਣੇ ਨਾਲ ਕਿਸਾਨ ਆਗੂ ਬਣੇ ਆ, ਉਹਨਾਂ ਦੀ ਗੱਲ ਵੀ ਸੁਣਨੀ ਆ ਆਪਾਂ। ਜੀ ਬੱਬੀ ਬਾਦਲ, ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਦੇਖੋ ਇਹ ਤਾਂ ਬੜੀ ਦੁੱਖ ਦੀ ਗੱਲ ਹੈ ਜੇ ਪਟਵਾਰੀ ਸਾਹਿਬਾਨ ਇਸ ਗੱਲ ਕਰਕੇ ਸਟ੍ਰਾਈਕ ਤੇ ਗਏ ਹੈ ਕਿ ਉਹਨਾਂ ਦੇ 2 ਸਾਥੀਆਂ ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚ ਕਾਰਵਾਈ ਹੋਈ ਹੈ। ਫਿਰ ਇਹਦਾ ਮਤਲਬ ਤਾਂ ਇਹ ਲਾਇਸੈਂਸ ਮੰਗ ਰਹੇ ਆ ਭ੍ਰਿਸ਼ਟਾਚਾਰ ਕਰਨ ਦਾ, ਜਦ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕਾਰਵਾਈ ਭ੍ਰਿਸ਼ਟਾਚਾਰ ਦੇ ਖਿਲਾਫ ਕਰਦੇ ਹਾਂ ਔਰ ਕਰਦੇ ਰਹਿਣਾ। ਇਹਦੇ ਤੇ ਤਾਂ ਕੋਈ ਕੰਪਰੋਮਾਈਜ਼ ਹੋ ਨਹੀਂ ਸਕਦਾ। ਸੋ ਮੈਂ ਤਾਂ ਇਹ ਕਹੂੰਗਾ ਕਿ ਮੈਂ ਤਾਂ ਧੰਨਵਾਦ ਕਰਨਾ ਸੀ ਪਟਵਾਰ ਯੂਨੀਅਨ ਦਾ, ਜਿਹੜਾ ਪਟਵਾਰ ਯੂਨੀਅਨ ਨੇ ਕਿਹਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਤੋਂ ਤੌਬਾ ਕਰਦੇ ਹਾਂ, ਅਸੀਂ ਅੱਗੇ ਬੰਦੇ ਨਹੀਂ ਰੱਖਾਂਗੇ। ਖੁਦ ਮੋਹਨ ਸਿੰਘ ਜੀ ਨੇ ਕਿਹਾ ਕਿ ਸਾਰੇ ਪਟਵਾਰੀਆਂ ਨੂੰ ਕਿ ਤੁਸੀਂ ਬੰਦੇ ਬਣ ਜਾਓ, ਹੁਣ ਅੱਜ ਤੋਂ ਬਾਅਦ ਕਿਸੇ ਨੇ ਭ੍ਰਿਸ਼ਟਾਚਾਰ ਨਹੀਂ ਕਰਨਾ, ਅੱਜ ਤੋਂ ਬਾਅਦ ਕਿਸੇ ਨੇ ਅੱਗੇ ਬੰਦਾ ਨਹੀਂ ਰੱਖਣਾ। ਇਹਦਾ ਮਤਲਬ ਇਹ ਵੀ ਮੰਨਦੇ ਨੇ ਕਿ ਹਾਂ ਇਹ ਕੰਮ ਹੋ ਰਹੇ ਸੀ। ਸੋ ਮੈਂ ਸਮਝਦਾ ਹਾਂ ਕਿ ਜੇ ਸਿਰਫ ਉਹ 2 ਭ੍ਰਿਸ਼ਟ ਸਾਥੀਆਂ ਦੇ ਵਾਸਤੇ ਸਾਰੇ ਪੰਜਾਬ ਦੇ ਪਟਵਾਰੀ ਸਟ੍ਰਾਈਕ ਤੇ ਚਲੇ ਗਏ, ਕਲਮ ਛੋੜ ਸਟ੍ਰਾਈਕ ਕੀਤੀ, ਫਿਰ ਤਾਂ ਬਹੁਤ ਹੀ ਦੁਖਦਾਈ ਗੱਲ ਹੈ। ਮੈਂ ਤਾਂ ਸੋਚਦਾ ਸੀ ਕਿ ਭਰਤੀ ਕਰਕੇ ਕਰ ਰਹੇ ਨੇ। ਆਪਾਂ ਜਵਾਬ ਲੈਣੇ ਕਲੈਰੀਫਿਕੇਸ਼ਨ ਦੇ ਮੁੱਦੇ ਤੇ। ਮੋਹਨ ਸਿੰਘ ਜੀ, ਮੈਂ ਆਉਣਾ ਤੁਹਾਡੇ ਵੱਲ। ਆਪਣੇ ਨਾਲ ਕਿਸਾਨ ਆਗੂ ਬਣੇ ਹੋਏ ਹੈ, ਉਹਨਾਂ ਦੀ ਰਾਏ ਵੀ ਲਈਏ। ਬਲਦੇਵ ਭਾਈ ਰੂਪਾ ਜੀ, ਕਿਵੇਂ ਦੇਖਦੇ ਹੋ ਇਸ ਮਾਮਲੇ ਦੇ? ਕਿਉਂਕਿ ਸਿੱਧੇ ਤੌਰ ਤੇ ਕਿਸਾਨ ਵੀ ਪ੍ਰਭਾਵਿਤ ਹੈ ਤੇ ਬੱਬੀ ਬਾਦਲ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਜੋ ਕਿਸੇ ਜਥੇਬੰਦੀ ਨੇ ਇਹ ਗੱਲ ਨਹੀਂ ਕਹੀ ਕਿ ਇਹੋ ਜਿਹੀ ਸਥਿਤੀ ਦੇ ਵਿੱਚ ਹੜ੍ਹ ਆਏ ਵੀ ਇੱਦਾਂ ਦੀ ਸਥਿਤੀ ਹੈ, ਹੁਣ ਜਿਹੜਾ ਹੈਗਾ ਪਟਵਾਰੀ ਭਾਈਚਾਰੇ ਨੂੰ ਹੜਤਾਲ ਤੇ ਨਹੀਂ ਜਾਣਾ ਚਾਹੀਦਾ। ਕਿਉਂ ਅਜਿਹਾ ਕਿਆ ਵਰਤਾਰਾ ਹੈ, ਕੀ ਵਜ੍ਹਾ ਵਾਪਰੀ ਹੈ? ਬਲਦੇਵ ਭਾਈ ਰੂਪਾ ਜੀ। ਦੇਖੋ ਜੀ ਸਿੱਧੂ ਸਾਹਿਬ, ਜਿਹੜੀ ਸਟ੍ਰਾਈਕ ਕਰਨੀ ਆ, ਹੜਤਾਲ ਕਰਨੀ ਆ, ਧਰਨੇ ਲਾਉਣੇ ਆ, ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਹਰੇਕ ਬਸਿੰਦੇ ਦਾ ਸੰਵਿਧਾਨਕ ਹੱਕ ਆ ਜੀ। ਚਾਹੇ ਉਹ ਕਿਸਾਨ ਜਥੇਬੰਦੀਆਂ, ਚਾਹੇ ਮੁਲਾਜ਼ਮ ਜਥੇਬੰਦੀਆਂ, ਉਹ ਹੜਤਾਲਾਂ ਸਟ੍ਰਾਈਕਾਂ ਤਾਂ ਹਰੇਕ ਸਰਕਾਰ ਦੇ ਵਿੱਚ ਹੁੰਦੀਆਂ ਰਹਿੰਦੀਆਂ। ਪਰ ਦੂਸਰੀ ਗੱਲ ਆ ਜਿਹੜੀ ਪਟਵਾਰੀਆਂ ਦੀ ਗਿਣਤੀ ਤਾਂ ਬਿਲਕੁਲ ਘੱਟ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਜੀ। ਜਿਹੜੀ ਮੈਂ ਤੀਸਰੀ ਗੱਲ ਕਰਨੀ ਚਾਹੁੰਦਾ ਜੀ, ਜਿੱਥੇ ਹੁਣ ਪਹਿਲਾਂ ਗੜੇਮਾਰੀ ਹੋਈ, ਫਸਲਾਂ ਦਾ ਨੁਕਸਾਨ ਹੋਇਆ, ਹੁਣ ਲਗਾਤਾਰ ਜਿਹੜੇ ਹੜ੍ਹ ਆ ਉਹਨਾਂ ਨਾਲ ਨੁਕਸਾਨ ਹੋ ਰਿਹਾ। ਇਹਦੇ ਨਾਲ ਸਭ ਤੋਂ ਵੱਧ ਜਿਹੜੀ ਖੱਜਲ ਖੁਆਰੀ ਹੋ ਰਹੀ ਆ ਉਹ ਕਿਸਾਨਾਂ ਦੀ ਹੋ ਰਹੀ ਆ। ਕਿਸਾਨਾਂ ਦੇ ਕੰਮ ਨਹੀਂ ਹੋ ਰਹੇ, ਕਿਸਾਨਾਂ ਦੀਆਂ ਗਿਰਦਾਵਰੀਆਂ ਸਹੀ ਢੰਗ ਦੇ ਨਾਲ ਨਹੀਂ ਹੋ ਰਹੀਆਂ, ਕਿਸਾਨਾਂ ਕੋਲ ਮੁਆਵਜ਼ਾ ਸਹੀ ਢੰਗ ਦੇ ਨਾਲ ਨਹੀਂ ਪਹੁੰਚ ਰਿਹਾ। ਸੋ ਇਸ ਕਰਕੇ ਜਿਹੜੇ ਇਹ ਸੰਵੇਦਨਸ਼ੀਲ ਟਾਈਮ ਦੇ ਵਿੱਚ ਮੈਂ ਵੀ ਇਹ ਗੱਲ ਕਹਿਣਾਗਾ ਪਟਵਾਰ ਜਥੇਬੰਦੀ ਨੂੰ, ਯੂਨੀਅਨ ਨੂੰ, ਕਿ ਜਦੋਂ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਮਜ਼ਦੂਰ ਤੇ ਸੰਕਟ ਆਇਆ ਹੋਵੇ ਤਾਂ ਉਹਦਾ ਸਮਾਂ ਜਿਹੜਾ ਹੈਗਾ ਅੱਗੇ ਪਿੱਛੇ ਕਰ ਦੇਣਾ ਚਾਹੀਦਾ ਸੀ। ਨਹੀਂ ਹੜਤਾਲਾਂ ਕਰਨੀਆਂ ਸੀ, ਨਹੀਂ ਕਲਮ ਛੋੜ ਹੜਤਾਲ ਕਰਨੀ ਚਾਹੀਦੀ ਸੀਗੀ ਮੇਰੇ ਹਿਸਾਬ ਮੁਤਾਬਕ। ਜਿੱਥੋਂ ਤੱਕ ਬਾਦਲ ਸਾਹਿਬ ਦੀ ਗੱਲ ਆ, ਬੱਬੀ ਬਾਦਲ ਸਾਹਿਬ ਦੀ, ਕਿ ਕਿਸੇ ਵੀ ਕਿਸਾਨ ਜਥੇਬੰਦੀ ਨੇ ਮਤਲਬ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਸਟ੍ਰਾਈਕ
ਨਹੀਂ ਕਰਨੀ ਚਾਹੀਦੀ, ਹੜਤਾਲ ਨਹੀਂ ਕਰਨੀ ਚਾਹੀਦੀ, ਉਹ ਤਾਂ ਇਹਨਾਂ ਦਾ ਡੈਮੋਕ੍ਰੇਟਿਕ ਹੱਕ ਆ। ਪਰ ਜਿੱਥੋਂ ਤੱਕ ਇਹ ਆ ਕਿ ਵੀ ਇਹਨਾਂ ਦਾ ਕੋਈ, ਜੇ ਇਹਨਾਂ ਨੇ ਮਤਲਬ ਸਟ੍ਰਾਈਕ ਕੀਤੀ ਹੈ ਤਾਂ ਮੈਨੂੰ ਲੱਗਦਾ ਵੀ ਕਿਸੇ ਜਥੇਬੰਦੀ ਨੇ ਇਸ ਕਰਕੇ ਜਦੋਂ ਸਮਾਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਤੇ ਮਾੜਾ ਚੱਲਦਾ ਹੋਵੇ ਤਾਂ ਇਹਨਾਂ ਦੇ ਹੱਕ ਦੇ ਵਿੱਚ ਵੀ ਕੋਈ ਮਤਲਬ ਬਿਆਨ ਨਹੀਂ ਦਿੱਤਾ ਪਟਵਾਰ ਜਥੇਬੰਦੀਆਂ ਦੇ। ਸੋ ਇਸ ਕਰਕੇ ਜਿਹੜਾ ਹੈਗਾ ਵੀ ਸਮਾਂ ਜਿਹੜਾ ਸੀਗਾ ਉਹ ਨਹੀਂ, ਹੁਣ ਸਮਾਂ ਜਿਹੜਾ ਢੁਕਮਾ ਨਹੀਂ ਸੀ ਜੀ। ਤੇ ਦੂਸਰੀ ਗੱਲ ਇਹ ਆ ਵੀ ਜੇ ਇਹਨਾਂ ਨੇ ਜਿਵੇਂ ਭ੍ਰਿਸ਼ਟਾਚਾਰ ਦੇ ਖਿਲਾਫ 2 ਪਟਵਾਰੀ ਫੜੇ ਗਏ ਆ, ਜੇ ਸੱਚਮੁੱਚ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਉਹਨਾਂ ਨੇ ਕਿਸੇ ਤੋਂ ਰਿਸ਼ਵਤ ਲਈ ਆ, ਉਹ ਗਏ ਨੇ, ਉਹਨਾਂ ਨੂੰ ਸਸਪੈਂਡ ਕੀਤਾ ਜਾਂ ਡਿਸਮਿਸ ਕੀਤਾ, ਜੋ ਵੀ ਕੀਤਾ, ਤਾਂ ਮੈਨੂੰ ਐ ਲੱਗਦਾ ਵੀ ਜੇ ਪਟਵਾਰ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਉਹ ਸੱਚੋਂ ਹੀ ਇਮਾਨਦਾਰ ਹੁੰਦੀਆਂ ਤਾਂ ਉਹੇ ਜਿਹੇ ਬੰਦਿਆਂ ਦੀ ਇਹ ਹਰੇਕ ਜਥੇਬੰਦੀਆਂ ਦੇ ਵਿੱਚ, ਜਿਵੇਂ ਫਸਲਾਂ ਦੇ ਵਿੱਚ ਕਾਂਗਿਆਰੀ ਹੁੰਦੀ ਆ, ਉਵੇਂ ਜਥੇਬੰਦੀਆਂ ਦੇ ਵਿੱਚ ਵੀ ਬੰਦੇ ਹੁੰਦੇ ਨੇ। ਸੋ ਇਸ ਕਰਕੇ ਉਹਨਾਂ ਜਿਹੜਿਆਂ ਹੈਗੇ ਬੰਦਿਆਂ ਦੀ ਇਹ ਜਿਹਾਂ ਦੀ, ਜੇ ਉਹ ਸੱਚਮੁੱਚ ਹੀ ਭ੍ਰਿਸ਼ਟਾਚਾਰ ਦੇ ਵਿੱਚ ਫੜੇ ਗਏ ਤਾਂ ਉਹਨਾਂ ਦੀ ਹਮਾਇਤ ਜਿਹੜੀ, ਉਹਨਾਂ ਦੀ ਖਾਤਰ ਜਿਹੜਾ ਹੈਗਾ ਉਹ ਨਹੀਂ ਹੜਤਾਲਾਂ ਜਾਂ ਕਲਮਸ਼ੋਟ ਹੜਤਾਲ ਕਰਨੀ ਚਾਹੀਦੀ ਸੀ। ਕਿਸਾਨਾਂ ਦੀਆਂ ਖੱਜਲ ਖੁਆਰੀ ਦਾ ਜ਼ਰੂਰ ਮੈਂ ਬੇਨਤੀ ਕਰੂੰਗਾ ਪਟਵਾਰ ਜਥੇਬੰਦੀ ਨੂੰ ਕਿ ਜਦੋਂ ਸਮਾਂ ਮਾੜਾ ਚੱਲਦਾ ਹੋਵੇ, ਸਰਕਾਰਾਂ ਦਾ ਬਹਾਨੇ ਭਾਲਦੀਆਂ ਹੁੰਦੀਆਂ ਗਰਦੌਰੀ ਕਰਨ ਦੇ, ਕਿ ਗਰਦੌਰੀ ਨਹੀਂ ਹੋਈ, ਹਜੇ ਮੁਆਵਜ਼ਾ ਨਹੀਂ ਦਿੱਤਾ, ਹੜ੍ਹ ਪੀੜਤਾਂ ਨੂੰ ਬਿਲਕੁਲ ਵੀ ਮੁਆਵਜ਼ਾ ਨਹੀਂ ਆਇਆ, ਹਲੇ ਗੜੇਮਾਰੀ ਵਾਲਾ ਮੁਆਵਜ਼ਾ ਰਹਿੰਦਾ। ਸੋ ਇਸ ਕਰਕੇ ਸਮੇਂ ਦਾ ਜਵਾਬ ਬਿਲਕੁਲ ਤੁਹਾਡਾ ਵੀ ਬਣ ਆ ਗਿਆ। ਜੀ ਮੋਹਨ ਸਿੰਘ ਜੀ, ਮੈਂ ਜਵਾਬ ਤੁਹਾਡੇ ਤੋਂ ਇੱਕ ਪੰਜਾਬੀ ਦੀ ਲਾਈਨ ਹੈ, ਕਿਉਂਕਿ ਮਾਮਲਾ ਪਟਵਾਰੀਆਂ ਦਾ ਇੱਕ ਕਹਾਵਤ ਬਣੀ ਹੈ ਵੀ ਉਹ ਸਾਰਾ ਇਕੱਠ ਕਹਿੰਦੇ ਸਾਧ ਦੀ ਪੂਰੀ ਤੇ। ਸੋ ਸਾਰੀ ਜਿਹੜੀ ਡਿਸਕਸ਼ਨ ਦਾ ਕੇਂਦਰ ਬਿੰਦੂ ਹੈ ਬਹਿਸ ਦਾ ਪਟਵਾਰੀਆਂ ਨਾਲ ਜੁੜਿਆ ਵਾ ਮਾਮਲਾ ਹੈ। ਸੁਭਾਵਿਕ ਹੈ ਸਵਾਲ ਵੀ ਤੁਹਾਡੇ ਵੱਲ ਦੇਖੋ, 2-3 ਵੱਡੀਆਂ ਗੱਲਾਂ, ਇੱਕ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਤੇ, ਇਸ ਮਾਮਲੇ ਤੇ ਤੁਸੀਂ ਗੱਲ ਕਰੋਗੇ ਕਿ ਕੀ ਕੁਝ ਲੋਕਾਂ ਨੂੰ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠਾਂ ਜਿਨ੍ਹਾਂ ਤੇ ਐਕਸ਼ਨ ਹੋਇਆ ਉਹਦੇ ਕਰਕੇ, ਨੰਬਰ 1। ਨੰਬਰ 2 ਜਿਹੜਾ ਬੱਬੀ ਬਾਦਲ ਉਹਨਾਂ ਨੇ ਕਿਹਾ ਕਿ ਵਾਕਈ ਕੋਈ ਰਵਾਇਤੀ ਪਾਰਟੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਉਕਸਾ ਰਹੀਆਂ ਇਹਨਾਂ ਮੁੱਦਿਆਂ ਦੇ ਉੱਤੇ, ਜਿਹਦੇ ਕਰਕੇ ਤੁਸੀਂ ਹੜਤਾਲ 'ਤੇ ਗਏ ਹੋ। ਦੂਜਾ, ਬੱਬੀ ਬਾਦਲ ਜੀ ਇਹ ਵੀ ਕਹਿ ਰਿਹਾ ਕਿ ਕਾਫੀ ਗੱਲਾਂ ਮੰਗੀਆਂ ਗਈਆਂ ਤੇ ਇਸ ਤੋਂ ਬਾਅਦ ਤਾਂ ਹੁਣ ਕਾਰਨ ਛੋੜ ਹੜਤਾਲ ਵਾਪਸ ਲੈ ਲੈਣੀ ਚਾਹੀਦੀ ਹੈ। ਮੋਹਨ ਸਿੰਘ ਜੀ। ਸਿੱਧੂ ਸਾਹਿਬ, ਸਾਡੀ ਜਥੇਬੰਦੀ 1929 ਦੀ ਰਜਿਸਟਰ ਹੈ, ਬਹੁਤ ਪੁਰਾਣੀ ਜਥੇਬੰਦੀ ਔਰ ਗੈਰ ਸਿਆਸੀ ਹੈ। ਅਸੀਂ ਕਿਸੇ ਵੀ ਜਥੇਬੰਦੀ ਨਾਲ ਕੋਈ ਸਿਆਸੀ ਸਾਂਝ ਨਹੀਂ ਰੱਖਦੇ। ਬਿਲਕੁਲ ਆਪਣੇ ਹੱਕਾਂ ਦੀ ਖਾਤਰ ਤੇ ਅਨਿਆਂ ਦੇ ਖਿਲਾਫ ਲੜਨਾ ਸਾਡਾ ਨਾਅਰਾ ਹੈ ਜੀ। ਔਰ ਜੋ ਇਹ ਸਾਡੇ ਤੇ ਦੋਸ਼ ਲਾਇਆ ਜਾ ਰਿਹਾ ਵੀ ਕਿਸੇ ਭ੍ਰਿਸ਼ਟ ਨੂੰ, ਚਾਰੀ ਨੂੰ, ਕਰਮਚਾਰੀ ਨੂੰ, ਪਟਵਾਰੀ ਨੂੰ ਬੱਚੇ ਲੜ ਰਿਹਾ, ਬਿਲਕੁਲ ਗਲਤ ਹੈ। ਰੈੱਡ ਹੈਂਡਡ ਕੋਈ ਵੀ ਪਟਵਾਰੀ ਫੜਿਆ ਜਾਵੇ ਅਸੀਂ ਕੋਈ ਮਦਦ ਨਹੀਂ ਕਰਦੇ। ਤੇ ਪਰ ਅਸੀਂ ਜਿਹੜੀ ਸਾਡੇ ਸੰਘਰਸ਼ ਹੈ, ਸਾਡੀਆਂ 4-5 ਮੰਗਾਂ ਨੂੰ ਲੈ ਕੇ ਫਿਰ ਅਸੀਂ ਬੜਾ ਤਰੀਕਾ ਵਧੀਆ ਵਰਤਿਆ ਡੈਮੋਕ੍ਰੇਟਿਕ ਪੰਜਾਬ ਦੇ। ਅਸੀਂ 117 MLA ਨੂੰ ਮੰਗ ਪੱਤਰ ਦਿੱਤੇ ਨੇ, ਸਾਰੇ MPs ਨੂੰ ਮੰਗ ਪੱਤਰ ਦਿੱਤਾ ਜੋ ਸਾਡਾ ਮੰਗ ਚਾਰਟ ਬਣਿਆ। ਪਰ ਪੰਜਾਬ ਦੇ 92-91 MLA ਆਪਾਂ ਆਮ ਆਦਮੀ ਪਾਰਟੀ ਦੇ ਲਾ ਲਈਏ ਤੇ ਉਹ 91 ਦੇ ਵਿੱਚੋਂ ਸਾਨੂੰ ਇੱਕ ਵੀ ਐਸਾ ਬੰਦਾ ਨਹੀਂ ਮਿਲਿਆ ਜਿਹੜਾ ਕਹੇ ਵੀ ਚਲੋ ਮੈਂ ਤੁਹਾਡੀ ਭਾਈ CM ਸਾਹਿਬ ਨਾਲ ਗੱਲ ਕਰਾ ਕੇ ਤਾਂ ਮਾਮੂਲੀ ਜਿਹੀਆਂ ਮੰਗਾਂ ਨੇ। ਇਹ ਕਿਹੜੀਆਂ ਮੰਗਾਂ ਚੋਂ ਮੰਗਾਂ ਨੇ? ਤੇ ਸਾਡੀਆਂ 4 ਮੰਗਾਂ ਸੀਗੀਆਂ ਵੀ ਇੱਕ ਤਾਂ 17A ਕਰਪਸ਼ਨ ਐਕਟ ਦੇ ਵਿੱਚ ਜੇ ਕਿਸੇ ਤੇ ਕੋਈ ਇਨਕੁਆਇਰੀ ਹੋ ਕੇ ਪਰਚਾ ਹੁੰਦਾ ਹੈ, ਕਰਪਸ਼ਨ ਐਕਟ ਕਹਿੰਦਾ ਹੈ ਵੀ ਉਹਦੀ ਜਿਹੜੀ ਅਪੁਆਇੰਟਿੰਗ ਅਥਾਰਟੀ ਹੈ ਉਹਦੀ ਪ੍ਰਵਾਨਗੀ ਲੈਣੀ ਹੈ, ਜਿਵੇਂ ਕਿ ਪਟਵਾਰੀ ਕਾਨੂੰਗੋ ਦੀ DC ਤੋਂ, ਤਹਿਸੀਲਦਾਰ ਨਾਇਬ ਤਹਿਸੀਲਦਾਰ ਦੀ FCR ਤੋਂ, PCS ਅਫਸਰ ਦੀ ਚੀਫ ਸੈਕਟਰੀ ਤੋਂ ਤੇ IAS ਦੀ ਸੈਂਟਰ ਤੋਂ ਲੈਣੀ ਆ। ਅਸੀਂ ਕਿਹਾ ਉਹਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਜੇ ਹੁਣ ਇੱਥੇ ਇੱਕ ਦੋਸ਼ ਲੱਗ ਰਿਹਾ ਸੀ ਹੋਰ ਪਟਵਾਰੀ ਪਿੱਛੇ ਜਿਹੜਾ ਸਾਡੇ ਤੇ ਲੱਗ ਰਿਹਾ, ਉਹਦੇ ਕੋਲੇ ਅਗਰ ਜਾਇਦਾਦ ਉਹਦੇ ਸੋਰਸਾਂ ਤੋਂ ਵੱਧ ਹੈਗੀ ਹੈ, ਸਾਡੇ ਕੰਨੇ ਉਹਨੂੰ ਫਾਹੇ ਲਾ ਦਿਓ, ਜੋ ਮਰਜ਼ੀ ਉਹਦੇ ਨਾਲ ਕਰੋ, ਅਸੀਂ ਬਿਲਕੁਲ ਨਾਲ ਨਹੀਂ ਖੜਾਂਗੇ। ਪਰ ਜੋ ਸਾਡੀਆਂ ਮੰਗਾਂ ਹੋਰ ਨੇ, ਜਾਇਜ਼ ਮੰਗਾਂ ਨੇ, ਪਟਵਾਰੀਆਂ ਦੀ ਭਰਤੀ ਦੀ ਅਸੀਂ ਮੰਗ ਕਰ ਰਹੇ ਹਾਂ। ਸਾਡੀਆਂ 4716 ਪੋਸਟਾਂ ਨੇ, 641 ਸਾਡੇ ਕੋਲ ਟ੍ਰੇਨਿੰਗ ਕਰ ਚੁੱਕਿਆ ਬੱਚਾ। 710 ਨੂੰ ਤੁਸੀਂ ਅੱਜ ਕਹਿ ਰਹੇ ਹੋ 1.5 ਸਾਲ ਨੂੰ ਆਏਗਾ ਜਿਹੜਾ 710 ਬੱਚੇ ਨੂੰ ਅੱਜ ਅਪਾਇੰਟਮੈਂਟ ਲੈਟਰ ਦਿੱਤੀ। ਇਹਨਾਂ ਨੂੰ ਆਉਣ ਨੂੰ ਪੂਰਾ 2 ਸਾਲ ਨਵਾਂ ਸਮਾਂ ਲੱਗ ਜੂ, ਜਦ ਤੱਕ ਇੰਨੇ ਹੀ ਹੋਰ ਰਿਟਾਇਰ ਹੋ ਜਾਣੇ ਨੇ। ਅਸੀਂ ਕਹਿੰਦੇ ਆ ਵੀ ਪੋਸਟਾਂ ਜਿਹੜੀਆਂ ਪੂਰੀਆਂ ਭਰ ਲਓ, 4716 ਹੀ ਭਰ ਲਓ, ਬਣਦੀਆਂ ਤਾਂ ਵੈਸੇ 10,000 ਤੋਂ ਉੱਪਰ ਨੇ, ਕਿਉਂਕਿ ਜ਼ਿਲ੍ਹੇ ਸਵਾਲ ਜਿਹੜਾ 23। ਮੋਹਨ ਸਿੰਘ ਜੀ, ਆਮ ਸੌਰੀ ਵਿੱਚੋਂ ਟੋਕਣ ਲੱਗਿਆ, ਤੁਸੀਂ ਆਪਣੀ ਗੱਲ ਕਹਿ ਰਹੇ ਹੋ। ਇੱਕ ਸਵਾਲ ਜਿਹੜਾ ਬਾਕੀ ਬੁਲਾਰਿਆਂ ਵੱਲੋਂ ਵੀ ਆਇਆ ਕਿ ਗੱਲਬਾਤ ਦਾ ਕੋਈ ਰਸਤਾ ਨਹੀਂ ਖੁੱਲ੍ਹ ਸਕਦਾ, ਕਿ ਤੁਹਾਨੂੰ ਲੱਗਦਾ ਕਿ ਗੱਲਬਾਤ ਲਈ ਕਿਸੇ ਨੇ ਬੁਲਾਇਆ ਹੀ ਨਹੀਂ? ਮੇਰੀ ਸੁਣੋ ਜੀ ਬੇਨਤੀ, ਮੈਂ 5 ਵਾਰ, ਮੇਰੀ ਸਿਰਫ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਹੈ 5 ਅਪ੍ਰੈਲ 2022 ਨੂੰ। 5 ਅਪ੍ਰੈਲ 2022 ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਾਰਾ ਚਿੱਠਾ ਖੋਲ੍ਹਤਾ ਵੀ CM ਸਾਹਿਬ ਇਹ ਪਟਵਾਰੀ ਤੋਂ ਚੱਲ ਕੇ ਤੁਹਾਡੇ ਘਰ ਤੱਕ
ਇਹ ਰਿਸ਼ਵਤ ਆਉਂਦੀ ਹੈ, ਮੈਂ ਮੰਨਦਾ ਇਹ ਗੱਲ। ਮੈਂ ਕਿਹਾ ਉੱਪਰੋਂ ਬੰਦ ਕਰ ਲਓ ਤੇ ਥੱਲੇ ਨੂੰ ਆਟੋਮੈਟਿਕ ਬੰਦ ਹੋ ਜੂਗੀ। ਪਰ ਸੀਐਮ ਤਾਂ ਕਹਿੰਦਾ ਕਿ ਜ਼ੀਰੋ ਟੋਲਰੈਂਸ ਹੈ, ਸੀਐਮ ਤੇ ਕਹਿੰਦੇ ਆ ਕਿ ਜ਼ੀਰੋ ਟੋਲਰੈਂਸ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਤੇ। ਭਾਈ ਇਹ ਕਹਿਣ ਦੀਆਂ ਗੱਲਾਂ ਨੇ, ਸੀਐਮ ਸਾਹਿਬ ਬਿਲਕੁਲ ਇਮਾਨਦਾਰ ਨੇ, ਇਹ 'ਚ ਦੋ ਰਾਵਾਂ ਨਹੀਂ। ਪਰ ਜਿਹੜਾ ਸਿਸਟਮ ਚੱਲ ਰਿਹਾ, ਮੈਂ ਅੱਜ ਪੁੱਛਣਾ ਚਾਹੁੰਦਾ, ਸੰਤ ਹਰਚੰਦ ਸਿੰਘ ਲੌਂਗੋਵਾਲ ਇੰਸਟੀਚਿਊਟ ਦੇ ਵਿੱਚ ਸੀਐਮ ਸਾਹਿਬ ਦੀ ਸਿਕਿਉਰਿਟੀ ਜਾ ਕੇ ਠਹਿਰਦੀ ਹੈ। ਲੌਂਗੋਵਾਲ ਜਿਹੜਾ ਕਾਲਜ ਆ ਉਹ ਸੈਂਟਰ ਦੇ ਅਧੀਨ ਹੈ, ਉਹ ਤਾਂ ਰੋਟੀ ਨਹੀਂ ਖਵਾਉਂਦੇ ਉਹਨਾਂ ਨੂੰ, ਜਿਹੜੀ ਉਹ ਰੋਟੀ ਖਾਂਦੇ ਨੇ ਰਾਤ ਨੂੰ ਉਹਦਾ ਬਿੱਲ ਤਹਿਸੀਲਦਾਰ ਦਿੰਦੇ ਨੇ। ਇਹ ਸੱਚਾਈ ਆ। ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ। ਨੰਬਰ 2 ਦੇ ਉੱਤੇ ਜਿਹੜੇ ਸਾਡੇ ਮਹਿਕਮੇ 'ਚ 2-3% ਐਸੇ ਬੰਦੇ ਨੇ, ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਨਾਂ ਨੇ ਸ਼ਹਿਰੀ ਸਰਕਲਾਂ ਤੇ ਰਹਿਣਾ ਤੇ ਐਮਐਲਏ ਨਾਲ ਉਹ ਹਿੱਸੇਦਾਰੀਆਂ ਕਰਦੇ ਨੇ, ਐਮਐਲਏ ਫੁੱਲ ਕਰਦੇ ਨੇ ਉਹਨਾਂ ਨਾਲ, ਡੀਸੀ ਕਰਦੇ ਨੇ। ਅਸੀਂ ਅੱਜ ਫੈਸਲਾ ਕਰ ਲਿਆ ਪਟਵਾਰ ਯੂਨੀਅਨ ਨੇ ਵੀ ਨਾ ਤਾਂ ਅਸੀਂ ਰਿਸ਼ਵਤ ਲੈਣ ਦਈਏ, ਨਾ ਅਸੀਂ ਬੰਦਾ ਰੱਖਣ ਦਈਏ। ਹੁਣ ਵੀ ਪ੍ਰਸ਼ਾਸਨ ਚੱਲ ਰਿਹਾ ਹੈ, ਪੱਟਣ ਦੀ ਕੋਸ਼ਿਸ਼ ਕਰਦਾ ਸਾਡੇ ਬੰਦਿਆਂ ਨੂੰ ਵੀ ਤੁਸੀਂ ਜੀ ਗੱਲ ਲੰਬੀ ਪੈਂਦੀ ਹੈ। ਇੱਕ ਸਵਾਲ ਹੋਰ ਲੈਣਾ ਚਾਹਾਂਗਾ, ਸ਼ਾਇਦ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਦੇ ਮਨ 'ਚ ਤੁਸੀਂ ਕਹਿੰਦੇ ਆ ਕਿ ਅਸੀਂ ਫੈਸਲਾ ਕਰ ਲਿਆ ਰਿਸ਼ਵਤ ਦੇ ਮਾਮਲੇ 'ਚ ਨਾ ਬੰਦਾ ਇੱਦਾਂ ਕੋਈ ਰੱਖਣ ਦੇਗੇ। ਦੇਖੋ ਜਿੱਦਾਂ ਆਪਾਂ ਕਹਿੰਦੇ ਕਿ ਮੁੱਖ ਮੰਤਰੀ ਨੇ ਆਪ ਤਾਂ ਸਾਰੇ ਕੰਮ ਦੇਖਣੇ ਨਹੀਂ ਹੁੰਦੇ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਈਏਐਸ ਲੌਬੀ ਹੈ ਕਿਤੇ ਇਸ ਮਾਮਲੇ 'ਚ ਉਹ ਵੀ ਸਹੀ ਢੰਗ ਨਾਲ ਰੋਲ ਨਹੀਂ ਪਲੇ ਕਰ ਰਹੀ, ਜਿੱਦਾਂ ਦੀਆਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦਾ ਜ਼ਿਕਰ ਕਰ ਰਹੇ ਹੋ ਤੁਸੀਂ? ਬਿਲਕੁਲ ਸੱਚਾਈ ਹੈ ਜੀ ਇਹ। ਦੇਖੋ ਤੁਸੀਂ ਇੱਕ ਚੀਫ ਮਿਨਿਸਟਰ ਦਾ ਤੇ ਪਟਵਾਰੀ ਦਾ ਕੋਈ ਲੈਵਲ, ਸਿੱਧੀ ਜੱਫੀ ਪਵਾਤੀ, ਸਿੱਧੀ ਜੰਗ ਛੇੜਤੀ ਪਟਵਾਰੀ ਵਰਸਸ ਮੁੱਖ ਮੰਤਰੀ। ਕਿਸੇ ਆਪਣਾ ਆਈਐਸ ਨੇ ਰੋਲ ਸਹੀ ਨਹੀਂ ਨਿਭਾਇਆ, ਕਿਸੇ ਮਤਲਬ ਐਮਐਲਏ ਮੰਤਰੀ ਨੇ ਆਪਣਾ ਰੋਲ ਸਹੀ ਨਹੀਂ ਨਿਭਾਇਆ। ਕੋਈ ਬੰਦਾ ਉੱਠ ਕੇ ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਆਜੋ ਤੁਹਾਡੀ ਮੈਂ ਸੀਐਮ ਸਾਹਿਬ ਨਾਲ ਗੱਲ ਕਰਾ ਦੇਣਾ। ਤੇ ਸੀਐਮ ਸਾਹਿਬ ਨੂੰ ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਨਾਲ ਮੇਰੀ 4 ਵਾਰੀ ਮੀਟਿੰਗ ਹੋ ਗਈ। ਮੈਂ ਉਹਨਾਂ ਨੂੰ ਕਿਹਾ ਵੀ ਪਟਵਾਰੀਆਂ ਦਾ ਜੋ ਖਰਚਾ ਬਣਦਾ ਹੈ, ਇਹਨਾਂ ਦੀਆਂ ਕੋਈ ਤਨਖਾਹਾਂ 'ਚ ਫਰਕ ਹੈ, ਇਹਦੇ ਕੋਈ ਭੱਤਿਆਂ 'ਚ ਫਰਕ ਹੈ, ਜਿੰਨੇ ਪੈਸੇ ਲੱਗਣਗੇ ਚੀਮਾ ਸਾਹਿਬ ਮੈਂ ਤੁਹਾਨੂੰ ਸਾਡੇ ਮਹਿਕਮੇ 'ਚ ਉਹਨੇ ਪੈਸੇ ਕੱਢ ਕੇ ਦੇ ਦੂੰਗਾ, ਮੇਰੇ ਕੋਲੇ ਪਾਲਿਸੀਆਂ ਹੈਗੀਆਂ। ਉਹ ਕਹਿੰਦੇ ਜੀ ਪਹਿਲਾਂ ਦੱਸੋ। ਮੈਂ ਕਿਹਾ ਮੈਂ ਪਹਿਲਾਂ ਕਿਉਂ ਦੱਸਾਂ ਬਈ, ਆਈਐਸ ਅਫਸਰ ਤੁਸੀਂ ਕਾਹਦੇ ਵਾਸਤੇ ਬਿਠਾਏ ਨੇ? ਇਹ ਮੇਰਾ ਆਪ ਦਾ ਗੁਣ ਹੈ, ਮੈਂ ਕਿਉਂ ਦੇ ਦੇਵਾਂ ਇਹ? ਤਾਂ ਜਦ ਸਰਦਾਰ ਬਾਦਲ ਇਸ ਦੁਨੀਆ ਤੋਂ ਚਲੇ ਗਏ, ਪ੍ਰਕਾਸ਼ ਸਿੰਘ ਬਾਦਲ ਜੀ, ਮੈਂ ਉਹਨਾਂ ਨੂੰ 2 ਰਾਏ ਦਿੱਤੀਆਂ। ਮੈਨੂੰ ਉਹਨਾਂ ਨੇ ਬੁਲਾਇਆ, ਮੈਨੂੰ ਕਹਿੰਦੇ ਮੋਹਨ ਸਿੰਘ ਤਕਸੀਮਾਂ ਕਰੋ ਜ਼ਮੀਨਾਂ ਦੀਆਂ। ਮੈਂ ਕਿਹਾ ਜੀ ਸਰ ਤਕਸੀਮਾਂ ਤਾਂ ਕਰ ਦਈਏ, ਪਰ ਇੱਕ ਪ੍ਰੋਬਲਮ ਆ ਰਹੀ ਹੈ। ਕਹਿੰਦੇ ਕੀ? ਮੈਂ ਕਿਹਾ ਵੀ ਮੈਂ ਇੱਕ ਅੰਕੜੇ ਇਕੱਠੇ ਕਰੇ ਆ ਪੰਜਾਬ ਦੇ, ਘੱਟੋ ਘੱਟ 1 ਲੱਖ ਇੰਤਕਾਲ ਪੈਂਡਿੰਗ ਪਿਆ। ਉਹ ਇੰਤਕਾਲ ਜਿਹੜੀਆਂ ਸਿੱਧੀਆਂ ਵਿਰਾਸਤਾਂ, ਕੋਈ ਬੰਦੇ ਦੀ ਡੈਥ ਹੋ ਗਈ, ਧਿਆਨ ਨਹੀਂ ਦਿੱਤਾ, ਨੰਬਰਦਾਰਾਂ ਨੇ ਸਿੱਧੀਆਂ ਵਿਰਾਸਤਾਂ ਕਰਾਤੀਆਂ, ਉਹ 50-100 ਸਾਲ ਦੀਆਂ ਬੁੱਢੀਆਂ ਦੇ ਨਾਂ, ਮਾਤਾਵਾਂ ਦੇ ਨਾਂ ਜ਼ਮੀਨ ਚੜੀ ਫਿਰਦੀ ਹੈ, ਭੂਆ ਦੇ ਨਾਂ। ਜਿੰਨਾ ਚਿਰ ਭੂਆ ਵਾਲੀ ਆਪਣੇ ਕੋਲੇ ਸਮੇਂ ਦੀ ਦਿੱਕਤ ਹੈ। ਮੋਹਨ ਸਿੰਘ ਜੀ, ਇੱਕ ਵੱਡਾ ਸਵਾਲ ਤੁਸੀਂ ਕਹਿ ਰਹੇ ਹੋ ਕਿ 1 ਲੱਖ ਉੱਪਰ ਜਿਹੜੇ ਤੁਸੀਂ ਕਿਹਾ ਕਿ ਇੰਤਕਾਲ ਪੈਂਡਿੰਗ ਪਏ ਹੈ। ਮੈਨੂੰ ਗੱਲ ਪੂਰੀ ਕਰ ਲੈਣ ਦਿਓ ਜੀ, ਤੁਸੀਂ ਕੋਈ ਨਹੀਂ। ਇੱਕ ਸਵਾਲ ਜਿਹੜਾ ਇਹ ਗੱਲ ਕਲੀਅਰ ਹੋ ਜਾਣ ਤੋਂ ਮਸਲਾ ਕੀ ਸੀ? ਮਸਲਾ ਇਹ ਸੀ, ਉਹ ਕਹਿੰਦੇ ਤਕਸੀਮਾਂ ਕਰੋ। ਤਕਸੀਮਾਂ ਮੈਂ ਕਿਹਾ ਨਹੀਂ ਜੀ ਹੋ ਸਕਦੀਆਂ, ਵਿਆਹੀਆਂ ਕੁੜੀਆਂ ਆਪਣੇ ਭਰਾਵਾਂ ਦੇ ਨਾਂ ਜ਼ਮੀਨ ਨਹੀਂ ਲਵਾ ਸਕਦੀਆਂ, ਕੁਆਰੀਆਂ ਲਵਾ ਸਕਦੀਆਂ ਨੇ। ਸਰਦਾਰ ਬਾਦਲ ਨੇ ਮੇਰੀ ਗੱਲ ਨੂੰ ਮੰਨ ਕੇ ਨੋਟੀਫਿਕੇਸ਼ਨ ਕਰਤਾ ਵੀ ਵਿਆਹੀਆਂ ਕੁੜੀਆਂ ਵੀ ਆਪਣੇ ਭਰਾਵਾਂ ਦੇ ਨਾਂ ਫ੍ਰੀ 'ਚ ਜ਼ਮੀਨ ਲਵਾ ਸਕਦੀਆਂ ਨੇ। ਫਿਰ ਉਹ ਮੈਨੂੰ ਪੁੱਛਣ ਲੱਗੇ ਉਹ 3 ਮਹੀਨਿਆਂ ਬਾਅਦ ਵੀ ਹੁਣ ਕਿੰਨੀਆਂ ਕੁ ਤਕਸੀਮਾਂ ਕਰਤੀਆਂ। ਮੈਂ ਕਿਹਾ ਸਰ ਇੱਕ ਹੋਰ ਪ੍ਰੋਬਲਮ ਆ ਗਈ, ਸਾਡੇ ਕਿਸਾਨ ਭਰਾਵਾਂ ਨੇ ਬਹੁਤ ਵੱਡੀਆਂ ਲਿਮਟਾਂ ਲੈ ਲਈਆਂ ਤੇ ਲੋਨ ਭਰੇ ਬਿਨਾਂ ਤਕਸੀਮ ਨਹੀਂ ਹੁੰਦੀ। ਤੇ ਕਹਿੰਦੇ ਫਿਰ ਆਪਾਂ ਕੀ ਕਰ ਸਕਦੇ ਹਾਂ? ਮੈਂ ਕਿਹਾ ਜੀ ਤੁਸੀਂ ਇੱਕ ਨੋਟੀਫਿਕੇਸ਼ਨ ਕਰ ਦਿਓ ਵੀ ਤਕਸੀਮ ਹੋ ਕੇ ਜਿਹੜੀ ਜ਼ਮੀਨ ਜਿੱਥੇ ਜਾਊਗੀ ਉਹ ਬੰਦੇ ਦਾ ਕਰਜ਼ਾ ਵੀ ਉੱਥੇ ਚਲੇ ਜਾਏਗਾ। ਬਿਲਕੁਲ ਇਹ ਮਾਲ ਵਿਭਾਗ ਦੀਆਂ ਸਮੱਸਿਆਵਾਂ ਮੋਹਨ ਸਿੰਘ ਜੀ ਹੈਗੀਆਂ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਕਿ ਲੰਮੀ ਹਲਾਂ ਜੇ ਬਲੀ ਗਈ ਤਾਂ ਹੁਣ ਸਾਡੇ ਨਾਲ ਮੀਟਿੰਗ ਕਰ ਲਓ ਜੀ। ਮੈਂ ਤਾਂ ਕਹਿੰਦਾ ਬੱਬੀ ਜੀ ਬੈਠੇ ਨੇ, ਸਾਨੂੰ ਟਾਈਮ ਦੇ ਦਿਓ, ਦੱਸੋ ਕਦੋਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਨੀ ਹੈ। ਬਾਕੀ ਮਹਿਮਾਨਾਂ ਤੋਂ ਜਵਾਬ ਲੈਣੇ, ਆਪਾਂ ਜਵਾਬ ਲਈਏ ਇਸ ਮਾਮਲੇ ਤੇ ਆਪਾਂ ਗੱਲ ਕਰਦੇ। ਬਿਲਕੁਲ ਕਿਉਂਕਿ ਮਹਿਕਮੇ ਦੇ ਵਿਭਾਗ ਦੇ ਲੰਮੇ ਮਸਲੇ, ਵੱਡੀਆਂ ਗੱਲਾਂ ਹੈਗੀਆਂ। ਵਿਵਾਦ ਜੀ ਜਦੋਂ ਪਟਵਾਰ ਯੂਨੀਅਨ ਵਾਲੇ ਆਗੂ ਕਹਿ ਰਹੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹੈ, ਮਾਮਲਾ ਨਿਪਟਣਾ ਚਾਹੀਦਾ। ਦੇਖੋ ਇੱਕ ਬੜੀ ਦਿਲਚਸਪ ਸਥਿਤੀ, ਜਿਹੜੀ ਇੱਕ ਟਿੱਪਣੀ ਬੜੀ ਪਿਆਰੀ ਲੱਗੀ ਮੈਨੂੰ ਉਹਨਾਂ ਦੀ। ਤੁਸੀਂ ਕਹਿ ਰਹੇ ਹੋ ਕਿ ਵੀ ਪੋਲੀਟੀਕਲ ਪਾਰਟੀਆਂ ਰਵਾਇਤੀ ਧਿਰਾਂ ਉਹਨਾਂ ਨੇ ਜੱਫਾ ਪਵਾਤਾ, ਉਹ ਜਿਹੜੇ ਲੜ ਰਹੇ ਆ ਉਹ ਕਹਿੰਦੇ ਨਹੀਂ ਜੀ ਆਈਐਸ ਅਧਿਕਾਰੀ ਉਹਨਾਂ ਨੇ ਜੱਫਾ ਲਵਾਤਾ। ਕਹਿੰਦੇ ਪਟਵਾਰੀ ਦਾ ਤੇ ਸੀਐਮ ਦਾ ਕੋਈ ਮੁਕਾਬਲਾ ਆਪਸ ਵਿੱਚ, ਕੋਈ ਨੇੜੇ ਤੇੜੇ ਵੀ ਨਹੀਂ ਗੱਲ। ਸੋ ਇਹ ਗੱਲ ਤਾਂ ਸਰਕਾਰ ਤੱਕ ਜਾਣੀ ਚਾਹੀਦੀ ਹੈ। ਬੱਬੀ ਬਾਦਲ ਜੀ ਕੀ ਕਹੋਗੇ ਇਸ ਮੁੱਦੇ? ਮੈਂ ਇੱਕੋ ਹੀ ਬੇਨਤੀ ਕਰਦਾ ਜੀ ਵੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਕਾਸ਼ ਹਰ ਪਟਵਾਰੀ, ਸਰਦਾਰ ਮੋਹਨ ਸਿੰਘ ਹੁਣ ਤੱਕ ਸ਼ਾਇਦ ਕਾਨੂੰਗੋ ਨੇ
ਲੇਕਿਨ ਮੈਂ ਕਹਿੰਦਾ ਵੀ ਸਾਰੇ ਮਾਲ ਵਿਭਾਗ ਦੇ ਵਿੱਚ ਇਹ ਬਹੁਤ ਸ਼ਰੀਫ ਇਮਾਨਦਾਰ ਔਰ ਗੁਰਸਿੱਖ ਮੋਹਨ ਸਿੰਘ ਜੀ ਇਨਸਾਨ ਨੇ। ਮੈਂ ਇਹਨਾਂ ਨੂੰ ਬੇਨਤੀ ਕਰਦਾ ਮੋਹਨ ਸਿੰਘ ਜੀ, ਤੁਸੀਂ 2-3 ਗੱਲਾਂ ਜਿਹੜੀਆਂ ਕੀਤੀਆਂ ਨਾ, ਪਹਿਲਾਂ ਮੈਂ ਉਹਨਾਂ ਦਾ ਜਵਾਬ ਦੇ ਦਿਆਂ। ਪਹਿਲਾ ਜਵਾਬ ਤਾਂ ਇਹ ਹੈ ਕਿ ਦੇਖੋ, ਮੁੱਖ ਮੰਤਰੀ ਦੀ ਜਿਹੜੀ ਸਿਕਿਉਰਿਟੀ ਹੁੰਦੀ ਹੈ, ਉਹਦੀ ਰੋਟੀ ਦਾ ਪ੍ਰਬੰਧ ਜਿਹੜਾ ਹੈ ਉਹ ਮੁੱਖ ਮੰਤਰੀ ਨੇ ਨਹੀਂ ਕਰਨਾ ਹੁੰਦਾ, ਉਹ ਸਟੇਟ ਨੇ ਕਰਨਾ ਹੁੰਦਾ। ਮੈਨੂੰ ਨਹੀਂ ਪਤਾ ਕਿ ਨਾਇਬ ਤਹਿਸੀਲਦਾਰ ਆਪਦੇ ਘਰੋਂ ਕਰੇ ਜਾਂ ਪਟਵਾਰੀ ਕਰੇ, ਇਹ ਗਲਤ ਗੱਲ ਹੈ। ਕਿਉਂ ਕਰਕੇ ਜਿਹੜੀ ਸਿਕਿਉਰਿਟੀ ਹੈ ਉਹਨੂੰ ਅਲੱਗ ਭੱਤਾ ਮਿਲਦਾ ਹੈ, ਉਹਨਾਂ ਨੂੰ ਖਾਣੇ ਦਾ ਪ੍ਰਬੰਧ ਹੁੰਦਾ ਹੈ। ਜੇ ਕਿਸੇ ਨੂੰ ਕੋਲ ਗਨਮੈਨ ਵੀ ਕੋਈ ਜਾਂਦਾ ਹੈ ਤਾਂ ਉਹ ਉਸ ਬੰਦੇ ਤੋਂ ਨਹੀਂ ਖਾਣਾ ਖਾਣ ਦੀ ਆਰਡਰ ਹੁੰਦੇ ਹੈ, ਉਹਨਾਂ ਨੂੰ ਆਪਣਾ ਪ੍ਰਬੰਧ ਕਰਨਾ ਹੁੰਦਾ ਹੈ। ਫਿਰ ਤੁਸੀਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਘਰ ਤੱਕ ਰਿਸ਼ਵਤ ਜਾਂਦੀ ਹੈ, ਇਹ ਬਿਲਕੁਲ ਗਲਤ ਹੈ। ਤੁਹਾਡਾ ਧੰਨਵਾਦ। ਤੁਸੀਂ ਕਿਹਾ ਭਗਵੰਤ ਮਾਨ ਜੀ ਇਮਾਨਦਾਰ ਹੈ, ਹਾਂ, ਬਹੁਤ ਤੁਹਾਡਾ ਧੰਨਵਾਦ ਹੈ, ਥੈਂਕ ਯੂ। ਲੇਕਿਨ ਮੈਂ ਇਹ ਬੇਨਤੀ ਕਰਦਾ, ਅੱਜ ਦੇਖੋ, ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਮਿਲੇ ਆ, ਲੇਕਿਨ ਮੁੱਖ ਮੰਤਰੀ ਜੀ ਨਾਲ ਮੀਟਿੰਗ ਨਹੀਂ ਹੋਈ ਜੀ। ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ, ਇਸੇ ਡਿਬੇਟ ਦੇ ਉੱਤੇ ਵਾਅਦਾ ਕਰਦਾ, ਤੁਸੀਂ ਆਪਦੀ ਜਿਹੜੀ ਤਲਵਾਰ ਲਟਕਾਈ ਹੈ ਕਲਮ ਛੋੜ ਵਾਲੀ, ਤੁਸੀਂ ਵਾਪਸ ਲਓ। 5 ਮਿੰਟਾਂ ਦੇ ਅੰਦਰ ਤੁਹਾਡੇ ਸਾਰੀ ਡੈਲੀਗੇਸ਼ਨ ਨੂੰ ਮੁੱਖ ਮੰਤਰੀ ਜੀ ਦੇ ਨਿਵਾਸ 'ਤੇ ਜਾ ਕੇ, ਦਫ਼ਤਰ ਵੀ ਨਹੀਂ, ਆਪਾਂ ਘਰੇ ਬੈਠ ਕੇ ਤੁਸੀਂ ਉਹਨਾਂ ਦੇ ਮਹਿਮਾਨ ਹੋਵੋਗੇ। ਤੁਸੀਂ ਆਪਣੀ ਕਲਮ ਛੋੜ ਵਾਪਸ ਲਓ। ਬੱਬੀ ਬਾਦਲ ਜੀ, ਵੱਡੀ ਗੱਲ ਹੈ, ਔਨ ਰਿਕਾਰਡ ਕਹਿ ਰਹੇ। ਮੋਹਨ ਸਿੰਘ ਜੀ, ਇੱਕ ਸੈਕਿੰਡ, ਮੈਂ ਤੁਹਾਨੂੰ ਸਮਾਂ ਦੇਣਾ ਬੋਲਣ ਲਈ। ਵੱਡੀ ਗੱਲ ਔਨ ਰਿਕਾਰਡ ਕਹਿ ਰਹੇ ਆ। ਨਹੀਂ ਕੀਤੀ, ਬਿਲਕੁਲ ਕੋਈ ਕਲਮ ਛੋੜ ਨਹੀਂ ਕੀਤੀ। ਪੜਵਾਸ ਹਲਕੇ ਦਾ ਕੰਮ ਕਰ ਰਿਹਾ, ਤਨਖਾਹ ਲੈ ਰਿਹਾ, ਉਹਦਾ ਕੰਮ ਕਰ ਰਿਹਾ ਹੈ। ਦੂਜੇ ਹਲਕੇ ਦਾ ਉਹ ਤੋਂ ਕਰਾਓਗੇ ਤਾਂ ਉਹ ਕਰਪਸ਼ਨ ਕਰੇਗਾ। ਮੈਂ ਲਿਖ ਕੇ ਦੇਣਾ ਉਹਨੂੰ, ਕਰਪਸ਼ਨ ਕਰੇਗਾ। ਉਹਨੂੰ ਲਾਲਚ ਪੈ ਜਾਣਾ। 3 ਹਲਕੇ 4 ਹਲਕੇ ਬੰਦੇ ਰੱਖ ਕੇ ਵਪਾਰ ਕਰ ਰਹੇ ਨੇ, ਉਹ ਵਪਾਰ ਅਸੀਂ ਨਹੀਂ ਹੋਣ ਦੇਣਾ। ਹੁਣ ਭਰਤੀ ਕਰਨਾ ਪਟਵਾਰ ਯੂਨੀਅਨ ਦੀ ਜ਼ਿੰਮੇਵਾਰੀ ਨਹੀਂ ਹੈਗੀ। ਉਹ ਗੱਲ ਜਿਹੜੀ ਹੈ ਮੋਹਨ ਸਿੰਘ ਜੀ, ਉਹ ਗੱਲ ਤੁਹਾਡੀ ਆ ਗਈ। ਪਰ ਜਿਹੜੀ ਵੱਡੀ ਗੱਲ ਮੋਹਨ ਸਿੰਘ ਜੀ, ਦੇਖੋ, ਭਰਤੀ ਤੇ ਸਾਰੀਆਂ ਗੱਲਾਂ ਤਾਂ ਜਿੱਦਾਂ ਕਹਿ ਰਹੇ ਆ ਕਿ ਸੀਐਮ ਸਾਹਿਬ ਦੇ ਸਾਹਮਣੇ ਬੈਠੋਗੇ, ਸ਼ਾਇਦ ਉਹਦੇ ਸਾਰੀਆਂ ਗੱਲਾਂ ਖੁੱਲਣਗੀਆਂ, ਭਰਤਾਂ ਖੁੱਲਣਗੀਆਂ। ਪਰ ਬੱਬੀ ਬਾਦਲ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ। ਲੇਕਿਨ ਤਲਵਾਰ ਪਿੱਛੇ ਕਰੋ ਤੁਸੀਂ। ਜਿਹੜੀ ਪਹਿਲੀ ਦੇਖੋ, ਕਲਮ ਛੋੜ ਤੋਂ ਸਾਰੀ ਗੱਲ ਵਿਗੜੀ ਹੈ। ਇਦੋਂ ਪਹਿਲਾਂ ਕੋਈ ਗੱਲ ਦੇ ਵਿੱਚ ਤਲਖੀ ਨਹੀਂ ਸੀ, ਲੇਕਿਨ ਜਿਹੜੀ ਕਲਮ ਛੋੜ ਸੰਵੇਦਨਸ਼ੀਲ ਸਮੇਂ ਤੇ ਤੁਸੀਂ ਵਰਤਿਆ, ਉਹਦੇ ਨਾਲ ਸਾਰੀ ਗੱਲ ਖਰਾਬ ਹੋਈ ਹੈ। ਕਿਰਪਾ ਕਰਕੇ ਮੈਂ ਕਹਿੰਦਾ ਤੁਸੀਂ ਇਹ ਤਲਵਾਰ ਚੱਕ ਦਿਓ ਸਰਕਾਰ ਦੇ ਸਿਰ ਤੋਂ। ਤੇ ਮੁੱਖ ਮੰਤਰੀ ਜੀ ਨੇ ਤਾਂ ਖੁਦ ਕਿਹਾ ਵੀ ਤੁਸੀਂ ਆ ਕੇ ਬੈਠੋ, ਸਾਡੇ ਨਾਲ ਗੱਲਬਾਤ ਕਰੋ, ਅਸੀਂ ਤੁਹਾਡੇ ਤੋਂ ਸਿੱਖਣਾ ਚਾਹੁੰਦੇ ਹਾਂ। 7 ਜ਼ਿਲ੍ਹਿਆਂ 'ਚ ਫਲੱਡ ਆਇਆ ਜੀ, 7 ਜ਼ਿਲ੍ਹਿਆਂ 'ਚ। ਜੇ ਉੱਥੇ ਪਟਵਾਰੀ ਨਹੀਂ ਹੈਗਾ ਤਾਂ ਵੀ ਪਟਵਾਰੀ ਕੰਮ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ। ਕੋਈ ਪੈਨ ਡਾਊਨ ਨਹੀਂ ਕੀਤੀ। ਜਿਹੜੇ ਪਟਵਾਰੀ ਭਰਤੀ ਨਹੀਂ ਕੀਤਾ, ਉਹ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਅੱਜ ਐਲਾਨ ਕਰੇ ਵੀ ਜਿੰਨੀਆਂ ਪੋਸਟਾਂ ਖਾਲੀ ਨੇ ਸਾਰੀਆਂ ਭਰਤੀ ਕਰਾਂਗੇ। ਪਰ ਇੱਥੇ ਚੱਲ ਕੀ ਰਿਹਾ ਬੱਬੀ ਜੀ? ਅੱਜ ਜਿਹੜਾ ਐਲਾਨ ਕਰਾਇਆ ਸੀਐਮ ਸਾਹਿਬ ਤੋਂ 586 ਪੋਸਟਾਂ ਦਾ ਕਰਾਤਾ, ਪੋਸਟ 3000 ਖਾਲੀ ਆ। ਜੇ ਜ਼ਿਲ੍ਹੇ 12 ਤੋਂ 23 ਹੋ ਗਏ ਭਾਈ, ਤਹਿਸੀਲਾਂ 63 ਤੋਂ 97 ਹੋ ਗਈਆਂ, ਪਟਵਾਰ ਸਰਕਲ ਵੀ ਵਧਣੇ ਨੇ। ਅਸੀਂ ਤਾਂ ਕਹਿੰਦੇ ਨਾ ਵਧਾਓ, ਜਿੰਨੇ ਹੈਗੇ ਉਨੀ ਤਾਂ ਭਰਤੀ ਕਰ ਲਈਏ ਆਪਾਂ। ਮੋਹਨ ਸਿੰਘ ਜੀ, ਤੁਸੀਂ ਮੰਨਦੇ ਹੋ ਨਾ ਕਿ ਜਿਹੜਾ 1090 ਹੈ, ਚਾਹੇ ਉਹਦੇ ਚੋਂ 200-300 ਬੰਦਾ ਛੱਡ ਗਿਆ ਹੋਵੇ, ਲੇਕਿਨ 500-700 ਤਾਂ ਉਹ ਵੀ ਫੀਲਡ 'ਚ ਜਾਊਗਾ। 710 ਨੂੰ ਨਿਯੁਕਤੀ ਪੱਤਰ ਦੇ ਤੇ 586 ਜਿਹੜੀ ਐਡ ਆ ਜੂਗੀ। ਘੱਟੋ ਘੱਟ ਤੁਸੀਂ ਇਹ ਤਾਂ ਮੰਨੋ ਵੀ 1700-1800 ਪਟਵਾਰੀ ਹੋਰ ਫੀਲਡ 'ਚ ਆ ਜੂਗਾ। ਇਹਦੇ ਨਾਲ ਤੁਹਾਡਾ ਬੋਝ ਤਾਂ ਘਟੂਗਾ। ਕਿੱਥੋਂ ਘਟੂਗਾ ਜੀ? ਜਿੰਨੇ ਹੋਣੇ ਉਹਨੇ ਰਿਟਾਇਰ ਹੋ ਜਾਣੇ ਨੇ, ਉੱਥੇ ਦੇ ਉੱਥੇ ਹੀ ਖੜੇ ਆ। ਰਿਟਾਇਰਾਂ ਨੂੰ ਵੀ ਰੱਖ ਲੈਣੇ ਤੁਸੀਂ ਹੁਕਮ ਲਾਓ, ਫਿਰ ਬਦਲਾਓ। ਫਿਰ ਬਾਕੀਆਂ ਨਾਲ ਆਪਣਾ ਕੀ ਫਰਕ ਹੋਇਆ ਜੀ? ਨਹੀਂ, ਤੁਸੀਂ ਕਹਿੰਦੇ ਹੋ ਰਿਟਾਇਰ। ਹਾਂਜੀ, ਰਿਟਾਇਰ ਜੇ ਤੁਸੀਂ, ਮੇਰੀ ਗੱਲ ਸੁਣੋ, ਮੈਂ ਵੀ ਰਿਟਾਇਰ ਹੋ ਚੁੱਕਿਆ ਜੀ 31 ਜੁਲਾਈ ਨੂੰ। ਅਸੀਂ ਕਿਹਾ ਵੀ ਰਿਟਾਇਰਾਂ ਨੂੰ ਸਾਨੂੰ ਤਾਂ ਪੈਨਸ਼ਨ ਮਿਲ ਰਹੀ ਆ। ਉਹ ਬੇਰੁਜ਼ਗਾਰ ਬੱਚਿਆਂ ਨੂੰ, ਜਿਨ੍ਹਾਂ ਨੂੰ ਆਪਾਂ ਨੇ ਵਾਅਦਾ ਕਰਿਆ ਸੀ ਵੀ ਆਪਾਂ ਬੇਰੁਜ਼ਗਾਰਾਂ ਨੂੰ ਕਲਮ ਫੜਾਉਣੀ ਹੈ, ਆਪਾਂ ਫਿਰ ਜੇ ਸਾਨੂੰ ਇਹ ਰੱਖਣਾ ਮੁੜ ਕੇ, ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ। ਸਿੰਘ ਜੀ, ਤੁਹਾਨੂੰ ਕੰਮ ਦੀ ਜਾਂਚ ਹੈ ਨਾ। ਜਿਹੜਾ ਨਵਾਂ ਬੰਦਾ ਉਹਨੂੰ ਨਹੀਂ ਕਲਮ ਫੜਾ ਸਕਦੇ, ਉਹਨੂੰ ਬਿਨਾਂ ਟ੍ਰੇਨਿੰਗ ਦਿਓ, ਟ੍ਰੇਨਿੰਗ ਤੋਂ ਬਿਨਾਂ ਭਰਤੀ ਟ੍ਰੇਨਿੰਗ ਦੇਵਾਂਗੇ। ਅਸੀਂ ਰਿਟਾਇਰ ਬੰਦੇ ਟ੍ਰੇਨਿੰਗ ਦੇਵਾਂਗੇ। ਹੁਣ ਵੀ ਰਿਟਾਇਰਾਂ ਨਹੀਂ ਦਿੱਤੀ ਆ। ਜਿਹੜੇ 710 ਅੱਜ ਜਿਨ੍ਹਾਂ ਨੂੰ ਚਿੱਠੀਆਂ ਦਿੱਤੀਆਂ, ਇਹਨਾਂ ਨੂੰ ਟ੍ਰੇਨਿੰਗ ਹੀ ਹੁਣ ਦੇਵਾਂਗੇ। ਜਿਹੜਿਆਂ ਦੀ ਟ੍ਰੇਨਿੰਗ ਪੂਰੀ ਹੋ ਗਈ ਉਹਨਾਂ ਨੂੰ ਫੀਲਡ 'ਚ ਭੇਜ ਦਾਂਗੇ। ਹੁਣ ਜਿਹੜੇ 586 ਰੱਖਾਂਗੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਟ੍ਰੇਨਿੰਗ ਤੇ ਭੇਜਾਂਗੇ। ਟ੍ਰੇਨਿੰਗ ਤੋਂ ਬਿਨਾਂ ਕਿੱਦਾਂ ਅਸੀਂ ਫੀਲਡ 'ਚ ਭੇਜ ਸਕਦੇ ਹਾਂ? ਬਾਬੀ ਜੀ 586 ਦੀ ਬਜਾਏ ਸਾਨੂੰ 3586 ਕਰਨਾ ਪਊ, ਤਾਂ ਸਾਡਾ ਕੰਮ ਚੱਲੂ।
ਚਲੋ ਤੁਹਾਡਾ ਦੋਨਾਂ ਦਾ ਨਹੀਂ ਵਿਊ ਤਾਂ ਪੁਆਇੰਟ ਆ ਫਿਰ ਗਿਆ। ਉਹੀ ਬੱਬੀ ਬਾਦਲ ਜੀ, MLA ਮੋਹਨ ਸਿੰਘ ਜੀ, ਤੁਹਾਡੀ ਗੱਲ ਵੀ ਆ ਗਈ। ਹਿੱਸੇ ਪਾਉਣਗੇ, ਆਪਾਂ ਬੰਦਾ ਬਾਕੀ ਬੰਦੇ ਮਹਿਮਾਨਾਂ ਦਾ ਰੱਖੂਗਾ। ਵਿਊ ਪੁਆਇੰਟ ਵੀ ਲੈ ਲਈਏ। ਬਹੁਤ ਮਿਹਰਬਾਨੀ, ਤੁਸੀਂ ਦੋਨਾਂ ਨੇ ਆਪਣਾ ਵਿਸਤਾਰ 'ਚ ਕਮੈਂਟ ਕਰਤੇ ਇਸ ਮੁੱਦੇ ਤੇ, ਕਾਫੀ ਜਾਣਕਾਰੀ ਦਿੱਤੀ ਵੀ ਹੈ ਸਾਡੇ ਦਰਸ਼ਕਾਂ ਦੇ ਲਈ। ਚੰਨੀ ਜੀ, ਇਸ ਮਾਮਲੇ ਤੇ ਤੁਸੀਂ ਸਵਾਲ ਕੀਤਾ ਸੀ, ਇੱਕ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਮੋਹਨ ਸਿੰਘ ਜੀ ਨੇ ਕਿਹਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੇ ਪੰਜਾਬੀ 'ਚ ਕਹਿਤਾ ਕਿ ਫਾਹੇ ਲਾ ਦਿਓ ਜੇ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਹੈ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਪੋਲੀਟੀਕਲ ਪਾਰਟੀਆਂ ਨਾਲ ਸਾਡੀਆਂ ਗੈਰ ਰਾਜਸੀ ਜਥੇਬੰਦੀਆਂ, ਪੋਲੀਟੀਕਲ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਤੁਸੀਂ ਕਹਿੰਦੇ ਸੀ ਕਿ ਉਸ ਤੋਂ ਬਾਅਦ ਗੱਲ ਕਰਾਂਗੇ, ਹੁਣ ਤੁਸੀਂ ਟਿੱਪਣੀ ਕਰ ਸਕਦੇ ਹੋ ਚੰਨੀ ਜੀ। ਬਿਲਕੁਲ ਮੋਹਨ ਸਿੰਘ ਨੇ ਜੋ ਗੱਲਾਂ ਕੀਤੀਆਂ ਨੇ ਭ੍ਰਿਸ਼ਟਾਚਾਰ ਬਾਰੇ, ਉਹ ਸਵਾਗਤਯੋਗ ਨੇ, ਬਹੁਤ ਵਧੀਆ ਕੀਤੀਆਂ ਇਹਨਾਂ ਨੇ। ਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਭਰਤੀ, ਉਹਦੇ ਨਾਲ ਵੀ ਮੈਂ ਸਹਿਮਤ ਹਾਂ। ਮੈਂ ਚਾਹੁੰਦਾ ਇਹ ਕਿ ਜਿਹੜੀ ਭਰਤੀ ਹੈ, ਜਿੰਨੇ ਪਟਵਾਰ ਸਰਕਲ ਨੇ ਉਨੀ ਹੀ ਭਰਤੀ ਸਰਕਾਰ ਨੂੰ ਅੱਜ ਕਰਨੀ ਚਾਹੀਦੀ ਹੈ, ਬਲਕਿ ਵੱਧ ਕਰਨੀ ਚਾਹੀਦੀ ਹੈ, ਕਿਉਂਕਿ ਰਿਟਾਇਰਮੈਂਟ ਰੈਗੂਲਰ ਪ੍ਰੋਸੈਸ ਹੈ। ਪਟਵਾਰੀ ਰਿਟਾਇਰ ਹੁੰਦੇ ਰਹਿੰਦੇ ਨੇ ਤੇ ਉਹ ਪੋਸਟਾਂ ਘਟਦੀਆਂ ਰਹਿੰਦੀਆਂ ਨੇ। ਇਸ ਲਈ ਜਿੰਨੇ ਪਟਵਾਰ ਸਰਕਲ ਨੇ ਘੱਟੋ ਅੱਜ ਜਿੰਨੇ ਨੇ ਉਨੀ ਘੱਟੋ ਘੱਟ ਸਰਕਾਰ ਨੂੰ ਭਰਤੀ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ। ਬਾਕੀ ਰਹੀ ਗੱਲ ਭ੍ਰਿਸ਼ਟਾਚਾਰ ਦੀ, ਜਿਵੇਂ ਮੋਹਨ ਸਿੰਘ ਨੇ ਕਿਹਾ ਫਾਹੇ ਲਾਓ, ਬਿਲਕੁਲ ਠੀਕ ਹੈ, ਪਰ ਬੱਬੀ ਬਾਦਲ ਜੀ ਨੇ ਵੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਨਹੀਂ ਸਮਾਂਗੇ, ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਪਰ ਗੱਲ ਇਹ ਹੈ ਵੀ ਭ੍ਰਿਸ਼ਟਾਚਾਰ ਨੂੰ ਜ਼ੀਰੋ ਟੋਲਰੈਂਸ ਦੀ ਗੱਲ ਕਰਕੇ ਨਹੀਂ ਸਰਨਾ ਹੈ। ਤੁਸੀਂ ਉੱਪਰ ਤੋਂ ਲੈ ਕੇ ਥੱਲੇ ਤੱਕ ਭ੍ਰਿਸ਼ਟਾਚਾਰ ਹੈ, ਜਿਵੇਂ ਮੋਹਨ ਸਿੰਘ ਨੇ ਕਿਹਾ ਵੀ ਉੱਪਰੋਂ ਖਤਮ ਕਰੋ। ਉੱਪਰ ਤੁਸੀਂ ਦੇਖੋ, ਪਿੱਛੇ ਤਹਿਸੀਲਦਾਰਾਂ ਦੀ ਲਿਸਟ ਬਣੀ, ਤਹਿਸੀਲਦਾਰ ਤੇ ਕੇਸ ਹੋਇਆ, ਉਹਨਾਂ ਨੇ ਸਟ੍ਰਾਈਕ ਕੀਤੀ ਤਾਂ ਸਰਕਾਰ ਝੁੱਕੀ ਤੇ ਉਹਨਾਂ ਦੀਆਂ ਮੰਗਾਂ ਮੰਨ ਕੇ ਉਹ ਸਾਰੀਆਂ ਲਿਸਟਾਂ ਉਲਟਾਂ ਖੂਹ ਖਾਤੇ ਪਾ ਦਿੱਤੀਆਂ। IAS ਲਲਿਤਾ, ਉਹਦਾ ਕੇਸ ਆਇਆ ਤਾਂ ਇਹਨਾਂ ਨੇ ਉਹਦੇ ਮਨਜ਼ੂਰੀ ਨਹੀਂ ਦਿੱਤੀ, ਪ੍ਰੈਸ਼ਰ 'ਚ ਆ ਕੇ ਉੱਥੇ ਜ਼ੀਰੋ ਟੋਲਰੈਂਸ ਕਿੱਥੇ ਗਈ। ਇਹ ਜਿਹੜੇ MLA ਨੇ, ਮੰਤਰੀ ਨੇ, ਉਹਨਾਂ ਦੇ ਕੇਸ ਬਣੇ, ਉੱਥੇ ਜ਼ੀਰੋ ਟੋਲਰੈਂਸ ਕਿੱਥੇ ਗਈ। ਜਿਹੜਾ ਸਿੰਗਲਾ ਇਹਨਾਂ ਦਾ, ਉਹਨੂੰ ਅੱਜ ਤੱਕ ਸਰਕਾਰੀ ਦਫ਼ਤਰਾਂ 'ਚ ਬੈਠਦਾ ਤੇ ਜਿਹੜਾ CM ਕਹਿ ਰਹੇ ਸੀ ਅੱਜ ਆਪਾਂ ਮਾਲ ਮਹਿਕਮੇ ਤੱਕ ਹੀ ਸੀਮਿਤ ਰੱਖੀਏ ਗੱਲ। ਜਦੋਂ ਇਹ ਜਿਹੜੀ ਪਾਲਿਸੀ ਜ਼ੀਰੋ ਟੋਲਰੈਂਸ ਹੈ, ਉਹਨੂੰ ਦੂਰੇ ਮਾਪਦੰਡ ਜਿੰਨੀ ਦੇਰ ਖਤਮ ਨਹੀਂ ਕਰਨਗੇ ਉਨੀ ਦੇਰ ਪੰਜਾਬ 'ਚ ਸਹੀ ਸਿਸਟਮ ਨਹੀਂ ਚੱਲ ਸਕਦਾ। ਇਸ ਤਰ੍ਹਾਂ ਦੇ ਹਾਲਾਤ ਰਹਿਣਗੇ। ਇਸ ਲਈ ਜਿੰਨੀ ਦੇਰ ਸਰਕਾਰ ਜਿਹੜੀ ਹੈ ਉਹਨੂੰ ਇੱਕ ਪੈਮਾਨਾ ਰੱਖਣਾ ਪਊਗਾ ਹਰ ਇੱਕ ਲਈ, ਚਾਹੇ ਉਹਨਾਂ ਦਾ ਆਪਣਾ ਮੰਤਰੀ ਹੈ, ਚਾਹੇ ਉਹ MLA ਹੈ, ਚਾਹੇ ਉਹ IAS ਹੈ। ਸਿਰਫ ਇਕੱਲੇ ਪਟਵਾਰੀਆਂ 'ਚ ਭ੍ਰਿਸ਼ਟਾਚਾਰ ਨਹੀਂ, ਸਾਰੇ ਮਹਿਕਮੇ 'ਚ ਹੈ, ਸਾਰੇ MLA ਤੱਕ ਵੀ ਭ੍ਰਿਸ਼ਟਾਚਾਰ ਹੁੰਦਾ ਹੈ, ਮੰਤਰੀਆਂ ਤੱਕ ਵੀ ਹੁੰਦਾ ਹੈ, IAS ਤੱਕ ਵੀ ਹੁੰਦਾ ਹੈ। ਉੱਥੇ ਇਹਨਾਂ ਨੂੰ ਇੱਕੋ ਮਾਪਦੰਡ ਅਪਣਾਉਣੇ ਪੈਣਗੇ। ਥੈਂਕ ਯੂ ਵੈਰੀ ਮਚ। ਬੱਬੀ ਬਾਦਲ, ਉਹਨਾਂ ਦਾ ਕਹਿਣਾ ਹੈ ਕਿ ਜੋ ਗੱਲ ਕੀਤੀ ਜਾ ਰਹੀ ਹੈ ਉਸ ਮੁੱਦੇ ਤੇ ਭ੍ਰਿਸ਼ਟਾਚਾਰ ਦੀ ਜ਼ੀਰੋ ਟੋਲਰੈਂਸ ਕੇਵਲ ਕਹਿਣ ਦੇ ਨਾਲ ਨਹੀਂ, ਜ਼ਮੀਨੀ ਹਕੀਕਤਾਂ ਕੀ ਹੈ ਉਹਦੇ ਮੁਤਾਬਕ ਕਾਰਵਾਈ ਹੋਏ ਤੇ ਫਿਰ ਹੀ ਉਹਦੇ ਨਤੀਜੇ ਸਾਹਮਣੇ ਆ ਸਕਦੇ ਹੈ। ਸਿੱਧੂ ਸਾਹਿਬ ਦੇਖੋ, ਮੈਂ ਤਾਂ ਕਹਿਣਾ ਹੈ ਕਿ ਦੇਖੋ ਕਿਹੜੀ ਪਾਰਟੀ ਹੈ ਜਿਹਨੇ ਆਪਦੇ ਮੰਤਰੀਆਂ ਤੇ ਕਾਰਵਾਈ ਕੀਤੀ ਹੈ। ਇਹ ਕਹਿੰਦੇ ਉੱਤੋਂ ਸਾਫ਼ ਹੋਣਾ ਹੈ, ਅਸੀਂ ਤਾਂ ਖੁਦ ਕਹਿੰਦੇ ਹਾਂ ਉੱਤੋਂ ਸਾਫ਼ ਹੋਣਾ ਹੈ। ਅਸੀਂ, ਤੁਸੀਂ ਕਹਿੰਦੇ ਹੋ ਕਿ ਸਿੰਗਲੇ ਸਾਹਿਬ ਨੂੰ ਮੰਤਰੀ ਪੁਣੇ ਤੋਂ ਲਾ ਕੇ ਸਿੱਧਾ ਜੇਲ੍ਹ ਵਿੱਚ ਮੁੱਖ ਮੰਤਰੀ ਜੀ ਨੇ ਭੇਜਿਆ, ਵਿਜੀਲੈਂਸ ਤੋਂ ਅਰੈਸਟ ਕਰਾਇਆ। ਅੱਜ ਤੱਕ ਇਹਦੀ ਮਿਸਾਲ ਹੀ ਦੇ ਦਿਓ ਮੈਨੂੰ ਸਾਰੇ ਹਿੰਦੁਸਤਾਨ ਦੇ ਵਿੱਚ, ਜਿੰਨੀ ਦੇਸ਼ ਆਜ਼ਾਦ ਹੋਇਆ ਉਦੋਂ ਬਾਅਦ ਦੀ ਰਾਜਨੀਤੀ ਵਿੱਚ ਇੱਕ ਵੀ ਮਿਸਾਲ ਦੇ ਦਿਓ ਕਿ ਕਿਸੇ ਪਾਰਟੀ ਨੇ ਆਪਦੇ ਹੀ ਮੰਤਰੀ ਨੂੰ ਫੜ ਕੇ ਜੇਲ੍ਹ 'ਚ ਕੀਤਾ ਹੋਵੇ। ਬੱਬੀ ਬਾਦਲ ਜੀ, ਬਿਲਕੁਲ ਇਸ ਮਾਮਲੇ ਤੁਹਾਡਾ ਵਿਊ ਪੁਆਇੰਟ ਆ ਹੀ ਗਿਆ, ਪਰ ਮੈਂ ਚਾਹੁੰਦਾ ਕਿ ਵੀ ਆਪਾਂ ਮਾਲ ਮਹਿਕਮੇ ਦੇ ਉੱਤੇ ਕੋਈ ਗੱਲ, ਜਿਹੜੀ ਜਿੱਦਾਂ ਉਹਨੇ ਤਹਿਸੀਲਦਾਰਾਂ ਦੀ ਗੱਲ ਕੀਤੀ ਹੈ, ਉਹ ਲਿਸਟਾਂ ਖੁਰਦ-ਬੁਰਦ ਹੋ ਗਈਆਂ, ਤਹਿਸੀਲਦਾਰ ਤੇ ਕਾਰਵਾਈ ਹੋਈ ਨਹੀਂ, ਉਸ ਮੁੱਦੇ ਤੇ ਕੋਈ ਕਮੈਂਟ ਕਰਨਾ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਲਿਸਟਾਂ ਬਣਾਈਆਂ ਵੀ ਅਸੀਂ ਸੀ, ਮੰਗਵਾਈਆਂ ਵੀ ਅਸੀਂ ਸੀ। ਸੋ ਕਿਰਪਾ ਕਰਕੇ ਤੁਸੀਂ ਮੋਰੈਲਿਟੀ ਤੇ ਸਾਨੂੰ ਨਾ ਦੱਸੋ। ਅਸੀਂ ਇਨੀਸ਼ੀਏਟਿਵ ਲੈ ਰਹੇ ਹਾਂ ਕਿਉਂ ਕਰਕੇ ਲੋਕਾਂ ਨੇ ਬੜਾ ਵੱਡਾ ਵਿਸ਼ਵਾਸ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ 'ਚ ਪ੍ਰਗਟਾਇਆ ਹੈ। ਸਾਡਾ ਫਰਜ਼ ਬਣਦਾ ਹੈ ਔਰ ਅਸੀਂ ਉਹ ਫਰਜ਼ ਨਿਭਾ ਰਹੇ ਹਾਂ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਬਲਦੇਵ ਭਾਈ ਰੂਪਾ, ਮੇਰੀ ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ, ਆ ਰਹੀ ਹੈ। ਇਹ ਜੀ ਇੱਕ ਸਵਾਲ, ਜਿਹੜਾ ਸਾਰੀ ਬਹਿਸ ਤੋਂ ਬਾਅਦ ਜਿਹੜਾ ਸਵਾਲ ਇੱਕ ਉੱਭਰ ਕੇ ਸਾਹਮਣੇ ਆਉਂਦਾ ਹੈ, ਦੇਖੋ ਚਾਹੇ ਪਟਵਾਰ ਯੂਨੀਅਨ ਹੈ, ਚਾਹੇ ਸਰਕਾਰ ਹੈ, ਕਿਸੇ ਧਿਰ ਵੱਲੋਂ ਵੀ ਹੋਵੇ, ਜਿਹੜਾ ਆਈਡੀਅਲ ਵਤੀਰਾ ਛੱਡ ਕੇ ਲੋਕਾਂ ਨੂੰ ਵੱਡੀ ਖੱਜਲ ਖੁਆਰੀ ਹੈ, ਸਟੇਟ ਦੇ ਹਿੱਤਾਂ ਦਾ ਸਵਾਲ ਹੈ। ਲੱਗਦਾ ਕਿ ਦੋਨਾਂ ਧਿਰਾਂ ਨੂੰ ਹੱਥ ਵਧਾ ਕੇ ਆਈਡੀਅਲ ਵਤੀਰਾ ਛੱਡ ਕੇ ਗੱਲਬਾਤ ਦਾ ਰਾਹ ਅਡਾਪਟ ਕਰਨਾ ਚਾਹੀਦਾ, ਅਪਣਾਉਣਾ ਚਾਹੀਦਾ। ਕਿਵੇਂ ਦੇਖਦੇ ਹੋ? ਕਿਸਾਨਾਂ ਦੇ ਤਾਂ ਬੜੇ ਸੰਘਰਸ਼ ਦੇ ਤਜਰਬੇ ਹੈ। ਦੇਖੋ ਜੀ ਸਿੱਧੂ ਸਾਹਿਬ, ਇਹ ਗੱਲ ਤਾਂ ਸਹੀ ਆ ਕਿ ਕੋਈ ਵੀ ਮਸਲਾ, ਚਾਹੇ ਕਿਸਾਨ ਅੰਦੋਲਨ ਚੱਲਿਆ, ਉਹ ਵੀ ਗੋਲ ਮੇਜ਼ ਤੇ ਬੈਠ ਕੇ ਗੱਲਾਂ ਤਾਂ ਸਰਕਾਰ ਦੇ ਨਾਲ ਹੋਈਆਂ ਹੀ ਆ। ਇਹ ਬੈਠ ਕੇ ਮਸਲਾ ਤਾਂ ਦੋਨੇ ਧਿਰਾਂ ਨੇ ਬੈਠ ਕੇ ਹੱਲ ਕਰਨਾ ਜੀ। ਉਹਨਾਂ ਨੇ ਮੰਗਾਂ ਮਨਾਉਣੀਆਂ, ਉਹਨਾਂ ਨੇ ਮੰਗਾਂ ਮੰਨਣੀਆਂ ਸਰਕਾਰ ਨੇ। ਇਹ ਤਾਂ ਦੋਨਾਂ ਧਿਰਾਂ ਦਾ ਹੀ ਫਰਜ਼ ਬਣਦਾ। ਅੜੀਅਲ ਵਤੀਰਾ ਤਾਂ ਦੋਨਾਂ ਨੂੰ ਛੱਡਣਾ ਚਾਹੀਦਾ।
ਪਰ ਜਿਹੜੀ ਪਟਵਾਰੀਆਂ ਨੇ ਇਹ ਸਭ ਗੱਲ ਵਧੀਆ ਕੀਤੀ ਹੈ, ਜਿਹੜੀ ਉਹਨਾਂ ਨੇ ਕਿਹਾ ਵੀ ਅਸੀਂ ਕਲਮ ਛੋੜ ਜਿਹੜੀ ਆਪਦੀ ਹੜਤਾਲ ਸੀ ਉਹਨੂੰ ਵਾਪਸ ਲੈ ਲਿਆ, ਜਦੋਂ ਚਾਹੇ ਇਸਮਾਨ ਦਾ ਡਰ ਤੋਂ ਕਹਿ ਲਓ, ਚਾਹੇ ਉਹਨਾਂ ਨੇ ਆਪਦੀ ਸੂਝ-ਬੂਝ ਤੋਂ ਕੰਮ ਲਿਆ, ਸਮਝ ਲਓ ਵੀ ਉਹਨਾਂ ਨੇ ਜਿਹੜਾ ਲਿਆ ਕੰਮ ਜਿਹੜਾ ਚੱਲ ਰਿਹਾ। ਜਿੱਥੋਂ ਤੱਕ ਭ੍ਰਿਸ਼ਟਾਚਾਰ ਦਾ ਮਾਮਲਾ ਨਾ ਜੀ, ਉਹ ਪਹਿਲਾਂ ਤੁਹਾਡੇ ਯਾਦ ਹੋਣਾ ਜਦੋਂ 1997 ਦੇ ਵਿੱਚ ਬਾਦਲ ਸਰਕਾਰ ਬਣੀ ਆ, ਉਦੋਂ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕੋਈ ਭ੍ਰਿਸ਼ਟਾਚਾਰ ਕਿਸੇ ਪਟਵਾਰੀ ਨੂੰ, ਕਿਸੇ ਕਾਨੂੰਗੋ ਨੂੰ, ਕਿਸੇ ਹੋਰ ਮੁਲਾਜ਼ਮ ਨੂੰ ਫੜਾਊਗਾ ਉਹਨੂੰ 25,000 ਰੁਪਇਆ ਉਹਨੂੰ ਨਾਮ ਦੇਵਾਂਗੇ, ਗੁਪਤ ਨਾਂ ਰੱਖਾਂਗੇ ਉਹਨਾਂ ਦਾ। ਉਹ ਥੋੜਾ ਜਿਹਾ ਸਮਾਂ ਚੱਲੀ ਸਰਕਾਰ ਬਣਨ ਤੋਂ ਬਾਅਦ, ਮਹੀਨਾ 2 ਮਹੀਨਾ ਬਾਅਦ, ਉਸ ਤੋਂ ਬਾਅਦ ਉਹਦੀ ਵੀ ਫੂਕ ਨਿਕਲ ਗਈ ਆ। ਜਿੱਥੋਂ ਤੱਕ ਹੋਣ ਵਾਲੀ ਸਰਕਾਰ ਦੀ ਗੱਲ ਆ, ਇਹਨਾਂ ਨੇ ਵੋਟਾਂ ਵੀ ਇਸ ਕਰਕੇ ਲਈਆਂ ਸੀ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਊਗਾ। ਉੱਥੋਂ ਕੋਸ਼ਿਸ਼ਾਂ ਚੱਲ ਰਹੀਆਂ, ਪਰ ਭ੍ਰਿਸ਼ਟਾਚਾਰ ਦੇ ਮੈਂ ਬੱਬੀ ਬਾਦਲ ਜੀ ਨੂੰ ਵੀ ਬੇਨਤੀ ਕਰਦਾ ਕਿ ਥੱਲੇ ਤੁਸੀਂ ਗਰਾਊਂਡ ਲੈਵਲ ਤੇ ਖੁਫੀਆ ਆਪਦੀ ਪਾਰਟੀ ਦੇ ਬੰਦੇ ਛੱਡ ਕੇ ਦੇਖੋ ਕਿ ਕੋਈ ਹਜੇ ਫਰਕ ਨਹੀਂ ਪਿਆ, ਥੱਲੇ ਉਵੇਂ ਹੀ ਚੱਲ ਰਿਹਾ ਸਾਰਾ ਕੁਝ। ਇਹ ਪੜਤਾਲ ਕਰਨ ਦਾ ਮਾਮਲਾ ਇੱਥੇ, ਇਹ ਜਿਹੜੀ ਬਿਮਾਰੀ ਲੱਗੀ ਹੋਈ ਆ ਸਾਡੇ ਦੇਸ਼ ਨੂੰ, ਉਹਨੂੰ ਹੌਲੀ ਹੌਲੀ ਜਿਹੜੀ ਉਹ ਖਤਮ ਹੋਣੀ ਆ, ਪਰ ਇਹਦੇ ਤੇ ਵਿਸ਼ੇਸ਼ ਧਿਆਨ ਦੇਣਾ ਪਊਗਾ, ਵਿਸ਼ੇਸ਼ ਧਿਆਨ ਦੇ ਕੇ ਹੀ ਖਤਮ ਹੋਊਗੀ ਜੀ। ਬਲਦੇਵ ਜੀ ਆਪਣੇ ਕੋਲੇ ਉਸ ਤਰ੍ਹਾਂ ਸੰਜਮ ਨਾਲ ਉਸ ਤਰ੍ਹਾਂ ਜਵਾਬ ਨਹੀਂ ਜੀ, ਉਸ ਤਰ੍ਹਾਂ ਨਹੀਂ ਹੋਣੀ। ਜਿੱਥੋਂ ਤੱਕ ਸਰਕਾਰ ਦਾ ਤੇ ਪਟਵਾਰੀਆਂ ਦਾ ਮਾਮਲਾ ਜੀ, ਉਹ ਬੈਠ ਕੇ ਹੀ ਦੋਨੇ ਧਿਰਾਂ ਨੇ ਜਿਹੜਾ ਹੈਗਾ ਮਾਮਲਾ ਹੱਲ ਕਰਨਾ ਤੇ ਕਰਨਾ ਚਾਹੀਦਾ ਦੋਨਾਂ ਧਿਰਾਂ ਨੂੰ। ਥੈਂਕ ਯੂ ਵੈਰੀ ਮਚ। ਬੱਬੀ ਬਾਦਲ ਇਸ ਮਾਮਲੇ ਤੇ ਦੇਖੋ ਜਵਾਬ ਤਾਂ ਬਣਦਾ ਹੀ ਹੈ, ਪਟਵਾਰੀ ਯੂਨੀਅਨ ਉਹਨਾਂ ਦੇ ਤੁਸੀਂ ਕਮੈਂਟ ਵੀ ਸੁਣਿਆ, ਬਾਕੀ ਮਹਿਮਾਨਾਂ ਦੀ ਵੀ ਇਹ ਹੈ ਕਿ ਪੰਜਾਬ ਜਾਂ ਆਪਾਂ ਗੱਲ ਕਰ ਲਈ ਆਮ ਲੋਕਾਂ ਦੇ ਹਿੱਤ ਦੇ ਵਿੱਚ ਦੋਨਾਂ ਧਿਰਾਂ ਨੂੰ ਬੈਠ ਕੇ ਟੇਬਲ ਤੇ ਬੈਠ ਕੇ ਜਿੱਦਾਂ ਕਹਿ ਰਹੇ ਆ ਮੈਨੂੰ ਸਵਾਲ ਕਰ ਲੈਣ ਦਿਓ ਜੀ, ਬੱਬੀ ਜੀ ਇਕੱਠਾ ਜਵਾਬ ਦੇ ਦੇਣਗੇ ਜੀ। ਬੋਲੋ। ਮੇਰੀ ਬੇਨਤੀ ਇਹ ਆ ਸਾਰੇ ਬੁਲਾਰਿਆਂ ਨੂੰ, ਜਿੰਨਾ ਚਿਰ 4716 ਪੋਸਟਾਂ ਫੁੱਲ ਨਹੀਂ ਕੀਤੀਆਂ ਜਾਂਦੀਆਂ, ਜਿਹੜੇ ਸ਼ਹਿਰੀ ਸਰਕਲ ਨੇ ਉਹਨਾਂ ਨੂੰ ਤੋੜ ਕੇ ਵੱਡੇ ਨਹੀਂ ਕੀਤੇ ਜਾਂਦੇ, ਔਰ ਜਿੰਨਾ ਚਿਰ ਬੰਦੇ ਰੱਖਣ ਵਾਲਾ, ਪ੍ਰਾਈਵੇਟ ਬੰਦੇ ਰੱਖਣ ਵਾਲਾ ਕਲਚਰ ਬੰਦ ਨਹੀਂ ਹੁੰਦਾ, ਉਹਨਾਂ ਚਿਰ ਇਹ ਭ੍ਰਿਸ਼ਟਾਚਾਰ ਬੰਦ ਨਹੀਂ ਹੋਣਾ। ਜੇ ਹੁਣ ਕਿਉਂਕਿ ਸਾਡੇ 'ਚ ਮੈਂ ਮੰਨਦਾ ਇਹ ਕਾਲੰਗਿਆਰੀ ਹੈਗੀ ਆ, 2-3% ਬੰਦੇ ਐਸੇ ਆ ਆਪਾਂ ਸੰਖੇਪ ਵਿੱਚ ਗੱਲ ਕਰੀਏ। ਮੋਹਨ ਸਿੰਘ ਜੀ ਆਪਾਂ ਜਵਾਬ ਲੈ ਲਈਏ ਬੱਬੀ ਬਾਦਲ ਜੀ ਤੋਂ। ਮੋਹਨ ਸਿੰਘ ਦੀ ਗੱਲ ਨਾਲ ਜਮਾ 100% ਸਹਿਮਤ ਹਾਂ ਜੀ। ਇਹ ਜਿਹੜੀਆਂ ਪੋਸਟਾਂ ਉਹ ਸਾਰੀਆਂ ਫੁੱਲ ਹੋਣੀਆਂ ਚਾਹੀਦੀਆਂ। ਇਹ ਬੰਦੇ ਤੇ ਮਾਨਸਿਕ ਤੌਰ ਤੇ ਬੋਝ ਨਾ ਹੋਊਗਾ ਤਾਂ ਭ੍ਰਿਸ਼ਟਾਚਾਰ ਆਪੇ ਮੁਕਤ ਹੋ ਜਾਊਗਾ। ਆਪਾਂ ਜਵਾਬ ਲੈ ਲਈਏ ਮੋਹਨ ਸਿੰਘ ਜੀ, ਜਵਾਬ ਲੈ ਲਈਏ ਸਮੇਂ ਦੀ। ਥੈਂਕ ਯੂ। ਬੱਬੀ ਬਾਦਲ ਜੀ ਸਿੱਧਾ ਸਵਾਲ ਆ, ਉਹ ਕਹਿੰਦੇ ਕਿ ਗੱਲਾਂ ਤਾਂ ਹੋ ਜਾਣਗੀਆਂ, ਗੱਲਬਾਤ ਦੀ ਟੇਬਲ ਤੇ ਵੀ ਆ ਜਾਾਂਗੇ, ਪਰ ਪੋਸਟਾਂ ਸਾਰੀਆਂ ਭਰੀਆਂ ਜਾਣੀਆਂ ਚਾਹੀਦੀਆਂ। ਜਦ ਤੱਕ ਨਹੀਂ ਭਰੀਆਂ ਜਾਣਗੀਆਂ ਭ੍ਰਿਸ਼ਟਾਚਾਰ ਦਾ ਰਾਹ ਖੁੱਲ੍ਹਿਆ ਰਹੇਗਾ ਤੇ ਪਰੇਸ਼ਾਨੀਆਂ ਵੀ ਬਣੀਆਂ ਰਹਿਣਗੀਆਂ, ਕਿਉਂਕਿ ਅੱਧਾ ਪਚੱਧਾ ਜਦੋਂ ਗੱਲ ਹੁੰਦੀ ਹੈ ਤੇ ਮਾਮਲੇ ਫਿਰ ਉੱਥੇ ਆ ਕੇ ਅਟਕੇ ਰਹਿੰਦੇ ਆ। ਸਿੱਧੂ ਸਾਹਿਬ, ਮੋਹਨ ਸਿੰਘ ਜੀ ਨੇ ਖੁਦ ਹੀ ਦੱਸਿਆ ਹੈ ਕਿ 20 ਤੋਂ 30 ਸਾਲ ਤੱਕ ਕੋਈ ਪਟਵਾਰੀਆਂ ਦੀ ਭਰਤੀ ਨਹੀਂ ਸੀ ਹੋਈ। ਬਿਆਨ ਸਿੰਘ ਸਰਕਾਰ ਤੋਂ ਬਾਅਦ ਤੋਂ ਲੈ ਕੇ ਉਹਨਾਂ ਨੇ ਸਾਰਾ ਕੱਚਾ ਚਿੱਠਾ ਸਾਰਿਆਂ ਦਾ ਦੱਸ ਦਿੱਤਾ, ਤਕਰੀਬਨ 20 ਤੋਂ 25-30 ਸਾਲ ਦਾ। ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਪਹਿਲਾਂ ਤਾਂ ਮੈਂ ਸਵਾਗਤ ਕਰਦਾ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਪਣਾ ਖੁਫੀਆ ਤੰਤਰ ਲਾ ਕੇ, ਅਸੀਂ ਸਵਾਗਤ ਕਰਦੇ ਹਾਂ ਜੇ ਭ੍ਰਿਸ਼ਟਾਚਾਰ ਤੁਹਾਨੂੰ ਕਿਤੇ ਵੀ ਦਿਸਦਾ ਹੈ ਜਾਂ ਕਿਤੇ ਵੀ ਕੋਈ ਗੱਲ ਆਉਂਦੀ ਹੈ ਤਾਂ ਚਾਹੇ ਮੁੱਖ ਮੰਤਰੀ ਜੀ ਦੀ ਹੈਲਪਲਾਈਨ ਜਿਹੜੀ ਕਰਪਸ਼ਨ ਫਰੀ ਲਾਈਨ ਹੈ ਉਹਦੇ ਤੇ, ਚਾਹੇ ਨਿੱਜੀ ਤੌਰ ਤੇ ਤੁਸੀਂ ਸਾਨੂੰ ਜਿੱਥੇ ਵੀ ਇਨਫੋਰਮੇਸ਼ਨ ਦਿਓਗੇ ਅਸੀਂ ਛੋਟੀ ਦਿੰਦੇ ਹਾਂ ਕਿ ਅਸੀਂ ਕਾਰਵਾਈ ਕਰਵਾਵਾਂਗੇ। ਸਵਾਗਤ ਹੈ ਤੁਹਾਡਾ ਜੋ ਵੀ ਮਿਹਰਬਾਨੀ। ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਦੋਰੇ ਨਵੇਂ ਮੁੱਦੇ ਜ਼ਰੂਰ ਜਾਣਨਾ ਚਾਹਾਂਗਾ। ਸਿੱਧੂ ਸਾਹਿਬ ਮੇਰੀ ਇੱਕ ਬੇਨਤੀ ਆ, ਨਿਬੜ ਸਕਦਾ ਹੈ। ਦੇਖੋ ਮੈਨੂੰ ਇੱਕ ਮਿੰਟ ਮੇਰੀ ਗੱਲ ਨਹੀਂ ਕੰਪਲੀਟ ਕਰਨ ਦਿੰਦੇ ਸਿੱਧੂ ਸਾਹਿਬ, ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ। ਸਮੇਂ ਦੀ ਮਜਬੂਰੀ ਆ, ਸੰਖੇਪ ਚ ਕਰਿਓ ਪਲੀਜ਼, ਜ਼ਰੂਰ ਕਰੋ। ਮੈਂ ਬਿਲਕੁਲ ਸੰਖੇਪ ਚ ਕਰੂੰਗਾ। ਦੇਖੋ ਅਫਸਰਸ਼ਾਹੀ ਨੇ ਕਹਿਤਾ ਵੀ ਆਪਾਂ ਇਹਨਾਂ ਦਾ ਗੂਠਾ ਲਵਾਉਣਾ ਜੀ, ਜਾਣ ਵੇਲੇ ਵੀ ਆਉਣ ਵੇਲੇ ਵੀ। ਕੋਈ ਜੇ ਪੁਲ ਤਾਂ ਲਵਾਵਾਂ ਜੇ ਸਰਕਾਰੀ ਦਫ਼ਤਰ ਹੋਊ, ਸਰਕਾਰੀ ਉੱਥੇ ਬਿਜਲੀ ਹੋਊ, ਕੋਈ ਜਨਰੇਟਰ ਹੋਊਗਾ, ਤੇ ਮੈਂ ਤਾਂ ਹੈਰਾਨ ਇਸ ਗੱਲ ਤੇ ਆ ਵੀ ਸਾਡੇ ਦਫ਼ਤਰ ਦੇ ਵਿੱਚ ਕੋਈ ਵੀ ਕੰਮ ਬਿਨਾਂ ਪੈਸੇ ਤੋਂ ਨਹੀਂ ਹੁੰਦਾ। ਅਸੀਂ ਲੱਠੇ ਦੀ ਨਕਲ ਦੇਣੀ ਉਹਦੇ ਵੀ ਪੈਸੇ ਲੈਂਦੇ ਆ, ਗਿਰਦਾਵਰੀ ਦੇਣੀ ਅਸੀਂ ਉਹਦੇ ਵੀ ਪੈਸੇ ਲੈਂਦੇ ਆ। ਸਾਡੇ ਦਫ਼ਤਰਾਂ 'ਚ ਨਾ ਕੋਈ ਬਿਜਲੀ ਆ, ਨਾਲੇ ਤਾਂ ਲੋਕ ਸਾਨੂੰ ਪੈਸੇ ਦੇ ਕੇ ਜਾਂਦੇ ਨੇ, ਨਾਲੇ ਗਰਮੀ 'ਚ ਮਰ ਕੇ ਜਾਂਦੇ ਨੇ, ਪੀਣ ਨੂੰ ਪਾਣੀ ਨਹੀਂ ਮਿਲਦਾ। ਉਹ ਪਾਈਪ ਹੈ ਨਾ ਜਿਹੜੀ ਚੀਜ਼ ਅਸੀਂ ਮੁੱਲ ਵੇਚ ਰਹੇ ਹਾਂ, ਵੱਡਾ ਸਵਾਲ ਆਪਾਂ ਜਵਾਬ ਲੈ ਲਈਏ। ਬੱਬੀ ਬਾਦਲ ਦੇਖੋ ਕਹਿੰਦੇ ਲੋਕ ਆਉਂਦੇ ਆ, ਮਾਲ ਮਹਿਕਮੇ 'ਚ ਪੈਸੇ ਵੀ ਫੀਸਾਂ ਵੀ ਜਮ੍ਹਾਂ ਕਰਾ ਕੇ ਜਾਂਦੇ ਆ, ਫਿਰ ਵੀ ਉੱਥੇ ਪਸੀਨੇ ਨਾਲ ਜਿਹੜਾ ਬੁਰਾ ਹਾਲ ਹੁੰਦਾ, ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨਹੀਂ, ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ। ਆਖਰ ਕਿਉਂ ਮਾਲ ਮਹਿਕਮੇ ਨੂੰ ਇਸ ਤਰ੍ਹਾਂ ਰੱਖਿਆ ਗਿਆ? ਦੇਖੋ ਅਸੀਂ
ਸ਼ੋਰਿਟੀ ਦਿੰਨੇ ਆ ਕਿ ਇਹਨਾਂ ਦਾ ਜੋ ਸੁਝਾਅ ਹੈ ਕਿ ਇਨਫਰਾਸਟ੍ਰਕਚਰ ਇੰਪਰੂਵ ਕਰੋ ਮਾਲ ਮਹਿਕਮੇ ਦੇ ਅੰਦਰ, ਅਸੀਂ ਬਿਲਕੁਲ ਸ਼ੋਰਿਟੀ ਦਿੰਨੇ ਆ। Thank you ਜੇ very much. ਕੇਂਦਰ ਸਾਡੀ ਆਰਡੀਐਫ ਨਾ ਰੋਕਦਾ ਤਾਂ ਹੁਣ ਤੱਕ ਅਸੀਂ ਸਾਰਾ ਨਵਾਂ ਬਣਾ ਦਿੰਦੇ, ਲੇਕਿਨ ਹੁਣ ਵੀ ਅਸੀਂ ਵਚਨਬੱਧ ਹਾਂ। ਮੋਹਨ ਸਿੰਘ ਜੀ, ਧੰਨਵਾਦ ਤੁਹਾਡੇ ਸੁਝਾਅ ਦਾ। ਅਸੀਂ ਸਾਰੀਆਂ ਸਹੂਲਤਾਂ ਉੱਥੇ ਕਰਾਂਗੇ ਇੰਤਜ਼ਾਮ ਜਿੱਥੇ ਜਿੱਥੇ ਨਹੀਂ ਹੈਗੇ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਮੁੱਦੇ ਨੂੰ ਆਪਾਂ ਕੇਂਦਰ ਬਿੰਦੂ ਲਿਆ, ਮੁੱਖ ਮੰਤਰੀ ਤੇ ਪਟਵਾਰੀ, ਜਿਸ ਕਦਰ ਉਹਨਾਂ ਦਾ ਟਕਰਾਅ ਹੈ, ਇਹ ਪੰਜਾਬ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਸਾਡੇ ਬੁਲਾਰਿਆਂ ਦੀ ਰਾਏ ਵੱਖਰੋ ਵੱਖਰੀ ਹੋ ਸਕਦੀ ਹੈ, ਪਰ ਸਹਿਮਤੀ ਇਸ ਗੱਲ 'ਤੇ ਹੈ ਕਿ ਗੱਲਬਾਤ ਦੀ ਮੇਜ਼ 'ਤੇ ਆ ਕੇ ਮਾਮਲਾ ਨਿਬੜਨਾ ਚਾਹੀਦਾ ਹੈ, ਕਿਉਂਕਿ ਵੱਡੇ ਵੱਡੇ ਮੁੱਦੇ ਜਾਂ ਮਸਲੇ, ਜਿੱਦਾਂ ਕਿਸਾਨ ਆਗੂ ਨੇ ਕਿਹਾ, ਕਿਸਾਨੀ ਅੰਦੋਲਨ ਵੀ ਆਖਰਕਾਰ ਜਿਹੜਾ ਮੇਜ਼ ਤੇ ਜਾ ਕੇ ਹੀ ਮਾਮਲੇ ਨਿਬੜਦੇ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਮੁੱਦਿਆਂ 'ਤੇ ਵੀ ਨਿਪਟਾਰਾ ਹੋਏਗਾ, ਤਾਂ ਕਿ ਪੰਜਾਬ ਦੇ ਲੋਕਾਂ ਦੀ ਪਰੇਸ਼ਾਨੀ ਵੀ ਨਾ ਰਵੇ, ਔਰ ਸਰਕਾਰ ਤੇ ਪਟਵਾਰੀ ਆਪਣੇ ਮੁੱਦਿਆਂ ਵੱਲ ਜੋ ਉਹਨਾਂ ਦਾ ਕੰਮ ਬਣਦਾ ਉਹਨਾਂ ਵੱਲ ਆਪਣਾ ਧਿਆਨ ਤੇ ਤਵੱਜੋ ਦੇਣਗੇ। ਇਹਨਾਂ ਮਾਮਲਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਣੇ ਸਤਿਕਾਰਤ ਮਹਿਮਾਨਾਂ ਦੇ ਆਪਾਂ ਧੰਨਵਾਦੀ, ਤੇ ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।